ਉਹਨਾਂ ਦੇ ਮਨ ਵਿੱਚ ਬੜੇ ਵਲਵਲੇ ਬੜੇ ਸਵਾਲ ਰਹਿ ਜਾਂਦੇ ਨੇ। ਅਤੇ ਅਕਸਰ ਫਿਰ ਉਹ ਆ ਕੇ ਮੇਰੇ ਤੋਂ ਪੁੱਛਦੇ ਨੇ ਵੀ ਉਹਨਾਂ ਨੇ ਐਵੇਂ ਕਿਹਾ, ਅਤੇ ਮੇਰੇ ਮਨ ਵਿੱਚ ਇਹ ਸਵਾਲ ਹੈ। ਅਤੇ ਕੋਈ ਵੀ ਸਟੈਪ ਐਸਾ ਨਹੀਂ ਚੁੱਕਣਗੇ ਉਹ ਜਿਹਦੇ ਨਾਲ ਕੌਮ ਨੂੰ ਕਿਸੇ ਵੀ ਪ੍ਰਕਾਰ ਦਾ ਜਾਂ ਕੋਈ ਘਾਟਾ ਸਹਿਣਾ ਪਵੇ। ਅੱਜ ਜੋ ਮੈਂ ਕੀ ਦੇਖ ਰਿਹਾ, ਜਿਵੇਂ ਕਿ ਅੱਜ ਦਾ ਜਿਹੜਾ ਪ੍ਰਚਾਰ ਹੈ ਉਹ ਬੜਾ ਤਰਕਾਂ ਦੇ ਉੱਤੇ ਬੇਸਡ ਹੈ। ਮੈਂ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਤਰਕਾਂ ਦੀ ਰੇਸ ਵਿੱਚ ਇੰਨੀ ਅੱਗੇ ਲੰਘ ਗਏ, ਅਸੀਂ ਗੁਰੂ ਨੂੰ ਪਿੱਛੇ ਛੱਡ ਦਿੱਤਾ ਅਤੇ ਗੁਰੂ ਦੇ ਅੱਗੇ ਤਰਕ ਲਿਆ ਕੇ ਰੱਖ ਦਿੱਤਾ। ਇਹਨੂੰ ਛੋਟੀ ਜਿਹੀ ਉਮਰ ਵਿੱਚ ਬਾਬਾ ਬਣਾ ਦਿੱਤਾ ਹੈ। ਅਤੇ ਉਹ ਇੱਕੋ ਗੱਲ ਕਹਿੰਦੇ ਹੁੰਦੇ ਆ ਵੀ ਅਸੀਂ ਕੌਣ ਆ ਬਣਾਉਣ ਵਾਲੇ। ਪਿੱਛੇਲਾ ਵਰਗ ਹੈ ਉਹਨੂੰ ਅਸੀਂ ਹੋਰ ਪਿੱਛੇ ਕਰਦੇ ਜਾ ਰਹੇ ਹਾਂ, ਜਦ ਕਿ ਉਹਨਾਂ ਨੂੰ ਆਪਾਂ ਗੱਲ ਨਾਲ ਲਾਉਣਾ ਸੀ। ਉਹ ਦੂਰ ਦੂਰ ਕਰਿਆ ਉਹ ਗੁਰੂ ਤੋਂ ਦੂਰ ਹੀ ਹੋ ਜਾਣਗੇ। ਆਪਾਂ ਨੇੜਤਾ ਵਧਾਉਣੀ ਹੈ। ਅੱਜ ਲੋੜ ਹੈ ਇੱਕ ਸਿੱਖ ਦੀ ਬਾਂਹ ਫੜੇ ਜੀ। ਇੱਕ ਬੁੱਕ ਛੋਲਿਆਂ 'ਤੇ ਵੀ ਸਿੰਘਾਂ ਨੇ ਗੁਜ਼ਾਰਾ ਕੀਤਾ, ਪਰ ਪਾਤਸ਼ਾਹ ਦਾ ਸਾਥ ਨਹੀਂ ਛੱਡਿਆ। ਪਤਾ ਵੀ ਅੱਗੇ ਮੌਤ ਹੈ, ਪਤਾ ਨਹੀਂ ਕਿਹੜੇ ਵੇਲੇ ਤੀਰ ਆਉਣਾ ਅਤੇ ਲੱਗ ਜਾਣਾ। ਮਹਾਰਾਜ ਐਸਾ ਕੀ ਵੰਡਦੇ ਸਨ ਕਿ ਉਹ ਸਿੱਖ ਆਪਣੇ ਗੁਰੂ ਤੋਂ ਜਾਣ ਤੱਕ ਵਾਰ ਦਿੰਦੇ ਸਨ। ਇਹ ਗੱਲ ਵਿਚਾਰਨੀ ਪੈਣੀ ਹੈ ਕਿ ਇੰਨੇ ਕਠਿਨ ਸਮਿਆਂ ਵਿੱਚ ਵੀ ਸਿੱਖਾਂ ਨੇ ਮਹਾਰਾਜ ਦਾ ਸਾਥ ਨਹੀਂ ਛੱਡਿਆ। ਮਹਾਰਾਜ ਆਪਣੇ ਸਿੱਖਾਂ ਦੇ ਅੰਦਰ ਪ੍ਰੇਮ ਵੰਡਦੇ ਸਨ। ਐਸਾ ਪ੍ਰੇਮ ਤੁਸੀਂ ਦੇਖੋ ਕਿ ਉਹ ਗੁਰੂ ਤੋਂ ਜੀ ਜਾਨ ਵਾਰਨ ਤੱਕ ਚਲੇ ਜਾਂਦੇ ਸਨ। ਅਤੇ ਅੰਮ੍ਰਿਤ ਵੇਲੇ ਜਦੋਂ ਮੈਂ ਉਹਨੂੰ ਦੇਖਦਾ ਹੁੰਦਾ ਸਾਂ, ਹਾਲਾਂਕਿ ਉਹ ਮੂੰਹ ਤੋਂ ਕੁਝ ਉਚਾਰਦੇ ਨਹੀਂ ਸੀ, ਪਰ ਉਹ ਐਨ ਸਹਿਜ ਪਾ ਦੇ ਵਿੱਚ ਚੌਂਕੜਾ ਲਾ ਕੇ ਅਤੇ ਰੱਬ ਦੀ ਯਾਦ ਵਿੱਚ ਜੁੜ ਕੇ ਬੈਠੇ ਹੁੰਦੇ ਸਨ। ਜਿੱਥੇ ਵੀ ਏਰੀਏ ਵਿੱਚ ਮਹਾਰਾਜ ਗਏ ਉੱਥੋਂ ਦੀ ਭਾਸ਼ਾ ਵਿੱਚ ਉੱਥੇ ਉਪਦੇਸ਼ ਦਿੱਤਾ। ਇਹ ਬਾਣੀ ਦੀ ਵਿਲੱਖਣਤਾ ਹੈ। ਆਪਾਂ ਪੁਰਾਤਨ ਜਿਹੜੀਆਂ ਟਕਸਾਲਾਂ ਨੇ, ਪੁਰਾਤਨ ਜਥੇਬੰਦੀਆਂ ਨੇ, ਸੰਪਰਦਾਵਾਂ ਨੇ, ਆਪਾਂ ਉਹਨਾਂ ਦੇ ਨਾਲ ਚੱਲਣਾ ਜੋ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਸੀਨੇ ਬਸੀਨੇ ਚੱਲਦੀਆਂ ਆ ਰਹੀਆਂ ਨੇ। ਹਰ ਸਿੱਖ ਨੂੰ ਮੈਂ ਸਮਝਦਾ ਕਿ ਉਹ ਮਰਿਆਦਾਵਾਂ ਫੋਲੋ ਕਰਨੀਆਂ ਚਾਹੀਦੀਆਂ। ਅੱਜ ਗ੍ਰੰਥੀ ਦਾ ਬੱਚਾ ਗ੍ਰੰਥੀ ਕਿਵੇਂ ਬਣ ਜਾਏਗਾ? ਉਹਨੇ ਦੇਖਿਆ ਵੀ ਸਾਰੀ ਉਮਰ ਮੇਰੇ ਪਿਓ ਦਾ ਕੀ ਹਾਲ ਹੋਇਆ, ਸਾਰੀ ਉਮਰ ਮੇਰੇ ਪਿਓ ਦਾ ਪੱਕਾ ਘਰ ਨਹੀਂ ਬਣ ਸਕਿਆ। ਯੂਥ ਨੂੰ ਕੁਝ ਕਹਿਣ ਤੋਂ ਪਹਿਲਾਂ ਮੈਂ ਆਪਣੇ ਪ੍ਰਚਾਰਕਾਂ ਨੂੰ ਕਹਿਣਾ ਚਾਹਾਂਗਾ, ਕਿਉਂਕਿ ਯੂਥ ਜੁੜਨ ਲਈ ਬਹੁਤ ਤਿਆਰ ਖੜੀ ਹੈ। ਜਿਵੇਂ ਮੈਂ ਕਿਹਾ, ਜਿਹੜਾ ਪ੍ਰੇਮ ਦਾ ਬੂਹਾ ਸਿੱਖੀ ਦੇ ਘਰ ਦਾ, ਉਹ ਬੰਦ ਕੀਤਾ ਹੋਇਆ। ਬਹੁਤ ਘਰ ਵਾਪਸ ਕਰਨਾ ਚਾਹੁੰਦੇ ਆ, ਪਰ ਬੂਹਾ ਵੇਖ ਕੇ ਵਾਪਸ ਪਰਤ ਜਾਂਦੇ ਨੇ। ਉਹਨਾਂ ਨੂੰ ਅੱਗੇ ਕੋਈ ਗੱਲ ਨਾ ਲਾਉਣ ਵਾਲਾ ਨਹੀਂ ਹੈ। ਇੱਥੋਂ ਤੱਕ ਕਿ ਜਿਹੜੇ ਆਪਣੇ ਸਹਿਜਧਾਰੀ ਸਿੰਘ ਨੇ ਉਹ ਗੁਰੂ ਘਰ ਆਉਣ ਤੋਂ ਵੀ ਡਰ ਜਾਂਦੇ ਨੇ। ਆਪਾਂ ਪ੍ਰੇਮ ਦਾ ਪ੍ਰਚਾਰ ਕਰੀਏ, ਉਹਨਾਂ ਨੂੰ ਹੌਲੀ ਹੌਲੀ ਨੇੜਤਾ ਵਧਾਈਏ ਗੁਰੂ ਦੇ ਨਾਲ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ 'ਚ ਬੈਠੇ ਦੇ ਪੰਜਾਬ ਟਾਕ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਫਤਿਹ ਸਿੰਘ, ਅਤੇ ਅੱਜ ਆਪਾਂ ਤੁਹਾਡੇ ਗੱਲਬਾਤ ਕਰਾਵਾਂਗੇ ਇੱਕ ਇਹੋ ਜਿਹੀ ਰੂਹ ਦੇ ਨਾਲ ਜਿਨ੍ਹਾਂ ਨਾਲ ਗੱਲ ਕਰਕੇ ਤੁਹਾਡੀ ਰੂਹ ਜ਼ਰੂਰ ਖੁਸ਼ ਹੋ ਜਾਵੇਗੀ। ਅੱਜ ਆਪਾਂ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਉਹ ਸ਼ਾਇਦ ਪੰਥ ਦੇ ਇਸ ਟਾਈਮ ਸਭ ਤੋਂ ਜ਼ਿਆਦਾ ਘੱਟ ਉਮਰ ਦੇ ਸਭ ਤੋਂ ਛੋਟੇ ਕਥਾਵਾਚਕ ਨੇ ਅਤੇ ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾਲੇ ਸਿੰਘ ਨੇ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵਸ ਰਹੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਵੀਰ ਫਤਿਹ ਸਿੰਘ ਜੀ ਦਾ ਅਤੇ ਦਾ ਪੰਜਾਬ ਟਾਕਸ ਦੀ ਸਮੂਹ ਟੀਮ ਦਾ, ਜਿਹੜੇ ਅੱਜ ਦਾਸ ਦੇ ਗ੍ਰਹਿ ਵਿਖੇ ਆਏ ਨੇ ਅਤੇ ਆਪ ਸਭ ਸੰਗਤਾਂ ਨਾਲ ਵਿਚਾਰ ਕਰਨ ਦਾ ਮੌਕਾ ਬਖਸ਼ਿਸ਼ ਕੀਤਾ ਜੀ। ਸੋ ਧੰਨਵਾਦ ਜੀ। ਅਤੇ ਅੱਜ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ, ਅੱਜ ਸਾਡੀ ਟੀਮ ਪਹੁੰਚ ਚੁੱਕੀ ਆ ਹਰਿਆਣਾ ਦੇ ਸ਼ਹਿਰ ਘਰੌਂਡੇ ਵਿਖੇ, ਜਿੱਥੇ ਕਿ ਭਾਈ ਅਰਮਾਨਦੀਪ ਸਿੰਘ ਜੀ ਦਾ ਘਰ ਆ। ਅਤੇ ਆਪਾਂ ਬਹੁਤ ਜ਼ਿਆਦਾ ਮਤਲਬ ਕਿਰਪਾ ਸਾਡੇ 'ਤੇ ਹੋਈ ਆ ਗੁਰੂ ਸਾਹਿਬ ਦੀ, ਜਿਨ੍ਹਾਂ ਦੇ ਕਿਰਪਾ ਬਖਸ਼ਿਸ਼ ਕਰਕੇ ਆਪਾਂ ਇੱਥੇ ਸਾਨੂੰ ਮੌਕਾ ਮਿਲਿਆ ਤੁਹਾਡੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਤੁਸੀਂ ਆਪਣੀ ਏਜ ਦੱਸੋ ਸਾਰੇ ਸਾਡੇ ਦਰਸ਼ਕਾਂ ਨੂੰ। ਤੁਹਾਡੀ ਉਮਰ ਕਿੰਨੀ ਹੈ? ਮੇਰਾ ਜੀ 2007 ਦਾ ਬਰਥ ਹੈ ਜੀ, ਅਤੇ ਐਟ ਪ੍ਰੈਜ਼ੈਂਟ ਮੈਂ 15 ਈਅਰਸ 15 ਸਾਲ ਦੀ ਮੇਰੀ ਏਜ ਹੈ, ਅਤੇ ਨੈਕਸਟ ਈਅਰ ਮੈਂ 16 ਦਾ ਹੋਣਾ ਹੈ ਜੀ। ਅਤੇ 15 ਸਾਲਾਂ ਦੀ ਮਤਲਬ ਆਪ ਜੀ ਦੀ ਏਜ ਆ। ਆਈ ਹੋਪ ਮਤਲਬ ਸਾਡੇ ਦਰਸ਼ਕ ਵੀ ਪੱਕਾ ਸ਼ੌਕ ਹੋ ਗਏ ਹੋਣੇ ਸੁਣ ਕੇ, ਕਿਉਂਕਿ ਜਿਹੋ ਜਿਹਾ ਤੁਹਾਡਾ ਸੁਭਾਅ ਆ, ਜਿਹੋ ਜਿਹਾ ਤੁਹਾਡਾ ਬਾਣਾ ਅਤੇ ਤੁਹਾਡੀ ਬੋਲੀ ਆ, ਉਹਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗਦਾ ਕਿ ਮਤਲਬ ਤੁਸੀਂ ਇੰਨੇ ਛੋਟੇ ਅਤੇ ਘੱਟ ਉਮਰ ਦੇ ਹੋ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਹਾਡੇ ਮਨ 'ਚ ਆਇਆ ਕਿ ਮੈਂ ਜਾ ਕੇ ਅੰਮ੍ਰਿਤ ਛਕਾਂ ਅਤੇ ਹੁਣ ਮੈਂ ਮਤਲਬ ਵਿਚੋਲਾ ਪਾਉਣਾ, ਉਹ ਇਹਨਾਂ ਬਾਰੇ ਸਾਰੀਆਂ ਚੀਜ਼ਾਂ ਬਾਰੇ ਤੁਹਾਡਾ ਇੰਟਰਸਟ ਕਿੱਦਾਂ ਪੈਦਾ ਹੋਇਆ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਸਾਰੇ ਜਿਹੜੀ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਅੰਮ੍ਰਿਤ ਦੀ ਦਾਤ ਹੈ
ਉਦਾਸ ਨੂੰ ਸਨ 2017 ਦੇ ਵਿੱਚ ਦਾਸ ਨੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਦਾ ਬੜੀ ਗੁਰੂ ਸਾਹਿਬ ਦੀ ਕਿਰਪਾ ਹੋਈ, ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ। ਹੁਣ ਨਵੰਬਰ ਦੇ ਵਿੱਚ ਮੈਨੂੰ 5 ਸਾਲ ਪੂਰੇ ਹੋ ਜਾਣੇ ਨੇ। ਅਤੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਜਿਵੇਂ ਆਪ ਜੀ ਦਾ ਸਵਾਲ ਸੀ ਕਿ ਕਿਵੇਂ ਜੀ ਕੀਤਾ ਮੈਂ ਚੋਲਾ ਪਾਵਾਂ ਜਾਂ ਇਸ ਪਾਸੇ ਤੁਰਾਂ, ਅਤੇ ਇਹ ਮੈਂ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਇਸ ਪਾਸੇ ਬਹੁਤ ਹੁਣ ਨਹੀਂ, ਮੈਂ ਬਚਪਨ ਤੋਂ ਇਸ ਪਾਸੇ ਹਾਂ। ਅਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਚੀਜ਼ ਨੂੰ ਮੈਂ ਚੂਜ਼ ਨਹੀਂ ਕੀਤਾ, ਜੋ ਮੈਂ ਆਪਣੇ ਜੀਵਨ ਅੰਦਰ ਫੀਲ ਕੀਤਾ ਕਿ ਇਸ ਮਾਰਗ ਨੇ ਮੈਨੂੰ ਚੂਜ਼ ਕੀਤਾ। ਕਿਉਂਕਿ ਜਿਹੜਾ ਮਨੁੱਖ ਹੈ ਉਹ ਕੋਈ ਵੀ ਫੀਲਡ ਚੂਜ਼ ਕਰਦਾ ਹੈ, ਡਾਕਟਰ ਬਣਦਾ ਹੈ, ਇੰਜੀਨੀਅਰ ਬਣਦਾ, ਕਿਸੇ ਵੀ ਫੀਲਡ ਵਿੱਚ ਵੀ ਉਹ ਜਾਂਦਾ, ਉਹ ਜਦੋਂ ਮੈਚਿਓਰ ਹੁੰਦਾ ਅਤੇ ਆਪਣੀ ਜਿਹੜੀ ਸਮਝ ਵਰਤਦਾ ਹੈ ਕਿ ਉਹਨੂੰ ਫਾਇਦਾ ਕਿਹਦੇ ਵਿੱਚ ਹੈ, ਅਤੇ ਉਸ ਫੀਲਡ ਦਾ ਲੜ ਫੜ ਲੈਂਦਾ, ਉਹਦੇ ਵੱਲ ਚੱਲ ਪੈਂਦਾ। ਬਟ ਕਈ ਬੱਚੇ ਆਪਾਂ ਇਹੋ ਜਿਹੇ ਵੀ ਦੇਖਦੇ ਹਾਂ ਜਿਹੜੇ ਬੜੀ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਦੀ ਲਗਨ, ਜਿਹੜਾ ਪਿਆਰ, ਉਹ ਪ੍ਰੀਤ, ਉਹ ਬੜੀ ਛੋਟੀ ਉਮਰ ਤੋਂ ਹੀ ਪੈ ਜਾਂਦੀ ਹੈ। ਅਤੇ ਮੈਂ ਸਮਝਦਾ ਕਿ ਐਸੇ ਬੱਚਿਆਂ ਨੂੰ ਉਹ ਇਸ ਰਸਤੇ ਨੂੰ ਚੂਜ਼ ਨਹੀਂ ਕਰਦੇ। ਇਹ ਮਾਰਗ, ਇਹ ਪਰਮਾਰਥ ਦਾ ਜਿਹੜਾ ਮਾਰਗ ਹੈ, ਗੁਰੂ ਕਿਰਪਾ ਕਰਦਾ, ਉਦੋਂ ਉਹਨਾਂ ਨੂੰ ਕੋਈ ਸਮਝ ਨਹੀਂ ਹੁੰਦੀ ਜਦੋਂ ਉਹ ਇਸ ਪਾਸੇ ਲੱਗ ਜਾਂਦੇ ਨੇ। ਸੋ ਮੈਂ ਸਮਝਦਾ ਇਹ ਮਾਰਗ ਉਹਨਾਂ ਨੂੰ ਚੂਜ਼ ਕਰਦਾ। ਹਾਂਜੀ, ਬਿਲਕੁਲ, ਤੁਸੀਂ ਬਹੁਤ ਸੋਹਣੀ ਚੀਜ਼ ਕਹੀ ਆ ਕਿ ਬਈ ਇਹ ਮਾਰਗ ਗੁਰੂ ਸਾਹਿਬ ਸਾਨੂੰ ਚੁਣਦੇ ਨੇ। ਅਤੇ ਪਰ ਫਿਰ ਵੀ ਗੁਰੂ ਸਾਹਿਬ ਕਿਤੇ ਨਾ ਕਿਤੇ ਕੁਝ ਤਾਂ ਜੁਗਤ ਬਣਾਉਂਦੇ ਨੇ। ਅਤੇ ਉਹਨਾਂ ਨੇ ਕਿੱਦਾਂ ਤੁਹਾਡੇ ਨਾਲ ਜੁਗਤ ਬਣਾਈ? ਘਰ ਦੇ ਵਿੱਚ ਕੀ ਤੁਹਾਡੇ ਸ਼ੁਰੂ ਤੋਂ ਹੀ ਇਹਦਾ ਧਾਰਮਿਕ ਮਾਹੌਲ ਸੀਗਾ, ਮਤਲਬ ਮੰਮੀ ਡੈਡੀ ਸਾਰਾ ਕੁਝ, ਜਾਂ ਫਿਰ ਕਿਵੇਂ ਦਾ ਮਾਹੌਲ ਸੀਗਾ? ਦੇਖੋ ਜੀ, ਜੇ ਪਰਿਵਾਰ ਦੀ ਗੱਲ ਕੀਤੀ ਜਾਏ ਤਾਂ ਪਰਿਵਾਰ ਦੇ ਵਿੱਚ ਕੋਈ ਬਹੁਤਾ ਗੁਰਸਿੱਖੀ ਦਾ ਮਾਹੌਲ ਨਹੀਂ ਸੀ। ਮੇਰੇ ਜਿਹੜੇ ਫਾਦਰ ਸਾਹਿਬ ਨੇ ਜਾਂ ਸਾਰੀ ਫੈਮਿਲੀ ਜਿਹੜੀ ਸਾਡੀ ਸੀ, ਗੁਰਸਿੱਖੀ ਵਾਲਾ ਮਾਹੌਲ ਨਹੀਂ ਸੀ। ਜਿਹੜੇ ਦਾਸ ਦੇ ਦਾਦੀ ਜੀ ਸੀ, ਉਹਨਾਂ ਅੰਮ੍ਰਿਤਪਾਨ ਕੀਤਾ ਹੋਇਆ ਸੀ, ਉਹ ਨਿਤਨੇਮ ਦੇ ਧਾਰਨੀ ਸੀ। ਅਤੇ ਨਾਲ ਹੀ ਜਿਹੜੇ ਦਾਸ ਦੇ ਦਾਦਾ ਜੀ ਸੀ, ਉਹਨਾਂ ਦੇ ਜੀਵਨ ਤੋਂ ਮੈਂ ਜੀ ਆਪਣੇ ਜੀਵਨ ਦੇ ਅੰਦਰ ਬਹੁਤ ਸਿੱਖਿਆ ਲਈ ਹੈ। ਭਾਵੇਂ ਉਹਨਾਂ ਅੰਮ੍ਰਿਤਪਾਨ ਨਹੀਂ ਸੀ ਕੀਤਾ, ਪਰ ਆਪਣੇ ਜੀਵਨ ਦੇ ਅੰਦਰ ਜਦੋਂ ਮੈਂ ਉਹਨਾਂ ਦਾ ਜੀਵਨ ਵੇਖਿਆ ਬਚਪਨ ਵਿੱਚ, ਅਤੇ ਉਹਨਾਂ ਦੇ ਜੀਵਨ ਦੇ ਜਿਹੜੇ ਅਸੂਲ ਸਨ ਜੀ, ਜਿਵੇਂ ਬਾਣੀ ਵਿੱਚ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਉਸੇ ਤਰ੍ਹਾਂ ਉਹਨਾਂ ਸਾਨੂੰ ਇੱਕੋ ਚੀਜ਼ ਦਿਖਾਈ ਕਿ ਜੀਵਨ ਦੇ ਅੰਦਰ ਪਰਾਇਆ ਹੱਕ ਨਹੀਂ ਮਾਰਨਾ। ਆਪਣੇ ਜੀਵਨ ਅੰਦਰ ਉਹਨਾਂ ਕਦੀ ਝੂਠ ਨਹੀਂ ਬੋਲਿਆ। ਅਤੇ ਅੰਮ੍ਰਿਤ ਵੇਲੇ ਜਦੋਂ ਮੈਂ ਉਹਨਾਂ ਨੂੰ ਦੇਖਦਾ ਹੁੰਦਾ ਸਾਂ, ਹਾਲਾਂਕਿ ਉਹ ਮੂੰਹ ਤੋਂ ਕੁਝ ਉਚਾਰਦੇ ਨਹੀਂ ਸੀ, ਪਰ ਉਹ ਐਨ ਸਹਿਜ ਭਾਅ ਦੇ ਵਿੱਚ ਚੌਂਕੜਾ ਲਾ ਕੇ ਅਤੇ ਰੱਬ ਦੀ ਯਾਦ ਵਿੱਚ ਜੁੜ ਕੇ ਬੈਠੇ ਹੁੰਦੇ ਸਨ। ਅਤੇ ਉਹ ਮੈਂ ਸਮਝਦਾ ਕਿ ਉਹ ਇੱਕ ਸੰਤ ਰੂਹ ਸਨ, ਅਤੇ ਮੈਂ ਆਪਣੇ ਜੀਵਨ ਅੰਦਰ ਉਹਨਾਂ ਤੋਂ ਬਹੁਤ ਇੰਸਪੀਰੇਸ਼ਨ ਲਈ। ਅਤੇ ਜੇ ਆਪਾਂ ਪਰਿਵਾਰ ਦੀ ਗੱਲ ਕਰੀਏ ਤਾਂ ਸਾਰੇ ਪਰਿਵਾਰ ਦੇ ਵਿੱਚ ਬਹੁਤਾ ਕੋਈ ਗੁਰਸਿੱਖੀ ਦਾ ਮਾਹੌਲ ਨਹੀਂ ਸੀ। ਤੁਸੀਂ ਕਹਿੰਦੇ ਹੋ ਕਿ ਤੁਹਾਡੇ ਪਰਿਵਾਰ 'ਚ ਬਹੁਤਾ ਗੁਰਸਿੱਖੀ ਦਾ ਮਾਹੌਲ ਨਹੀਂ ਸੀਗਾ, ਪਰ ਮੈਂ ਹੁਣ ਜਦੋਂ ਤੁਹਾਡੇ ਘਰ ਐਂਟਰ ਕੀਤਾ ਸੀਗਾ, ਆਪ ਜੀ ਦੇ ਘਰ ਜਦੋਂ ਮੈਂ ਆਇਆ, ਮੈਂ ਦੇਖਿਆ ਕਿ ਤੁਹਾਡੀ ਮਾਤਾ ਜੀ ਵੀ ਸ਼ਾਇਦ ਅੰਮ੍ਰਿਤਧਾਰੀ ਨੇ, ਅਤੇ ਲਾਗੇ ਸਾਰੇ ਗੁਰਸਿੱਖ ਨੇ ਕਾਫੀ। ਮੈਂ ਮਤਲਬ ਅੰਮ੍ਰਿਤਧਾਰੀ ਸਿੰਘ ਇੱਥੇ ਸਿੰਘਣੀਆਂ ਵੀ ਦੇਖੀਆਂ ਨੇ। ਅਤੇ ਫਿਰ ਉਹ ਕਿੱਦਾਂ ਮਾਹੌਲ ਬਣਿਆ ਮਤਲਬ ਫਿਰ ਬਾਅਦ 'ਚ? ਦੇਖੋ, ਇਸ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ, ਇਹਨੂੰ ਮੈਂ ਗੁਰੂ ਕਿਰਪਾ ਹੀ ਕਹਾਂਗਾ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਤੇ ਅੱਜ ਸਾਰੀ ਫੈਮਿਲੀ ਜਿਹੜੀ ਅੰਮ੍ਰਿਤਧਾਰੀ ਹੈ ਜੀ, ਗੁਰੂ ਦੇ ਲੜ ਲੱਗੀ। ਤੁਹਾਡਾ ਪੂਰੀ ਫੈਮਿਲੀ ਅੰਮ੍ਰਿਤਧਾਰੀ ਹੈ, ਅਤੇ ਮਤਲਬ ਕਿੱਦਾਂ ਤੁਹਾਡੇ ਤੋਂ ਇੰਸਪਾਇਰ ਹੋਏ ਨੇ ਜਾਂ ਕਿਵੇਂ ਪ੍ਰੇਰਨਾ ਮਿਲੀ ਉਹਨਾਂ ਨੂੰ? ਬਾਰੇ ਜਿਵੇਂ ਮੈਂ ਕਿਹਾ, ਮੈਂ ਕੁਛ ਨਹੀਂ ਕਹਿ ਸਕਦਾ, ਇਹ ਗੁਰੂ ਸਾਹਿਬ ਦੀ ਕਿਰਪਾ, ਇਹਨੂੰ ਮੈਂ ਕਹਾਂਗਾ ਜੀ। ਅਤੇ ਹੁਣ ਤੁਸੀਂ ਮਤਲਬ 15 ਸਾਲਾਂ ਦੇ ਵਿੱਚ ਤੁਸੀਂ ਕਥਾਵਾਂ ਕਰਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ, ਹੈ ਨਾ? ਅਤੇ ਤੁਹਾਨੂੰ ਤੁਹਾਡੀਆਂ ਕਥਾ ਸੁਣ ਕੇ ਲੋਕ ਗੁਰਮਤਿ ਦੇ ਨਾਲ ਜੁੜਦੇ ਆ। ਫਿਰ ਮੁੜ ਕੇ ਤੁਹਾਡੀ ਦੱਸਿਆ ਤੁਸੀਂ 15 ਸਾਲਾਂ ਦੇ ਉੱਤੇ ਤੁਸੀਂ ਸਕੂਲ ਜਾਂਦੇ ਹੋਣੇ ਆਏਗਾ, ਹੈ ਨਾ? ਅਤੇ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਤੁਸੀਂ? ਮੇਰੀ 10th ਦੀ ਫਿਲਹਾਲ ਸਟੱਡੀਜ਼ ਚੱਲ ਰਹੀ ਹੈ ਜੀ। ਤੁਸੀਂ 10th ਕਲਾਸ ਦੇ ਵਿੱਚ ਪੜ੍ਹਦੇ ਹੋ, ਤੁਸੀਂ ਸਕੂਲ ਜਾਂਦੇ ਹੋ, ਤੁਹਾਡੇ ਕਲਾਸਮੇਟ ਦਾ ਕਿਵੇਂ ਦਾ ਮਤਲਬ ਰਵੱਈਆ ਆ, ਤੁਹਾਡੇ ਨਾਲ ਕਿੱਦਾਂ ਦਾ ਬਿਹੇਵ ਕਰਦੇ ਨੇ? ਦੇਖੋ ਜੀ, ਕਲਾਸਮੇਟਸ ਜਿਹੜੇ ਮੇਰੇ ਨਿੱਜੀ ਫਰੈਂਡਸ ਨੇ, ਹਾਲਾਂਕਿ ਸਾਡੇ ਸਕੂਲ ਦੇ ਵਿੱਚ ਕੋਈ ਬਹੁਤੇ ਸਿੱਖ ਸਟੂਡੈਂਟਸ ਨਹੀਂ ਹੈਗੇ, ਬਟ ਜਿਹੜੇ ਨੋਨ ਸਿੱਖ ਵੀ ਨੇ ਜਾਂ ਹੋਰ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ, ਉਹ ਬੜੀ ਰਿਸਪੈਕਟ ਕਰਦੇ ਨੇ, ਮਤਲਬ ਬਹੁਤ ਪਿਆਰ ਨਾਲ ਮੈਨੂੰ ਦੇਖਦੇ ਨੇ। ਅਤੇ ਕਹਿਣ ਤੋਂ ਭਾਵ ਉਹਨਾਂ ਵੱਲੋਂ ਕੋਈ ਨੈਗੇਟਿਵ ਚੀਜ਼ ਮੈਨੂੰ ਦੇਖਣ ਨੂੰ ਨਹੀਂ ਮਿਲਦੀ। ਭਾਵੇਂ ਉਹਨਾਂ ਨੂੰ ਕਦੋਂ ਵੀ ਕੋਈ ਜੀਵਨ ਵਿੱਚ ਕੋਈ ਸਟਰੈਸ ਹੋਵੇ ਜਾਂ ਇਗਜ਼ਾਮਸ ਦੀ ਟੈਨਸ਼ਨ ਹੋਵੇ, ਅਤੇ ਉਹ ਮੇਰੇ ਨਾਲ ਗੱਲ ਕਰ ਲੈਂਦੇ ਆ। ਉਹ ਮੈਨੂੰ ਕਹਿੰਦੇ ਵੀ ਤੇਰੇ ਨਾਲ ਗੱਲ ਕਰਕੇ ਸਾਡਾ ਭਾਰ ਹੌਲਾ ਹੋ ਜਾਂਦਾ ਜਾਂ ਅਸੀਂ ਹੌਲੇ ਹੋ ਜਾਂਦੇ ਹਾਂ। ਸੋ ਉਹਨਾਂ ਦੇ ਮਨ ਵਿੱਚ ਚਾਅ ਹੈ ਗੁਰਬਾਣੀ ਨੂੰ ਜਾਣਨ ਦਾ। ਉਹ ਮੇਰੇ ਤੋਂ ਗੁਰੂ ਘਰ ਬਾਰੇ, ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਬਾਰੇ, ਸਿੱਖਿਆ ਬਾਰੇ, ਉਹ ਸਾਰੇ ਜਿਹੜੇ ਕਲਾਸਮੇਟਸ ਨੇ ਉਹ ਮੇਰੇ ਤੋਂ ਜਾਣਦੇ ਰਹਿੰਦੇ ਨੇ। ਬੜਾ ਉਹਨਾਂ ਦੇ ਮਨ ਵਿੱਚ ਉਤਸ਼ਾਹ ਹੈ ਜੀ।
ਤੇ ਅੱਛਾ, ਮਤਲਬ ਜਿੱਦਾਂ ਕਿ ਉਹ ਲਾਈਫ 'ਚ ਜਦੋਂ ਲੋ ਫੀਲ ਕਰਦੇ ਜਾਂ ਡਿਪਰੈਸ ਜਾਂ ਫੀਲ ਤੁਹਾਨੂੰ ਕੰਟੈਕਟ ਕਰਦਾ, ਅਤੇ ਫਿਰ ਤੁਸੀਂ ਵੀ ਗੁਰਮਤ ਵਾਲੇ ਉਹਨਾਂ ਨੂੰ ਸੋਲਿਊਸ਼ਨ ਦਿੰਦੇ ਹੋਣੇ ਨਾ। ਅਤੇ ਫਿਰ ਉਹ ਗੁਰਮਤ ਵਾਲੀ ਜਿਹੜੀ ਸਿੱਖਿਆ ਵਾ ਉਹ ਤੁਸੀਂ ਪੰਜਾਬੀ 'ਚ ਦੱਸਦੇ ਹੋਣੇ, ਜਾਂ ਮਤਲਬ ਕਿੱਦਾਂ ਹਿੰਦੀ ਉਹਨਾਂ ਦੀ ਭਾਸ਼ਾ, ਇੱਥੇ ਤਾਂ ਮੇਰੇ ਖਿਆਲ ਨਾਲ ਜ਼ਿਆਦਾ ਪੰਜਾਬੀ ਬੋਲੀ ਨਹੀਂ ਜਾਂਦੀ। ਇਹ ਮੈਂ ਬੜਾ ਇੰਟਰਸਟਿੰਗ ਸਵਾਲ ਹੈ ਜੀ ਆਪ ਜੀ ਦਾ। ਇਹ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਕਥਾ ਮੇਰੀ ਉਹ ਸੁਣਦੇ ਨੇ ਪੰਜਾਬੀ ਦੇ ਵਿੱਚ, ਅਤੇ ਹਾਲਾਂਕਿ ਉਹਨਾਂ ਦੇ ਪੇਰੈਂਟਸ ਨੂੰ ਵੀ ਉਹ ਦਿਖਾਉਂਦੇ ਨੇ ਕਿ ਆਹ ਸਾਡਾ ਫਰੈਂਡ ਹੈ ਅਤੇ ਆਹ ਐਵੇਂ ਮਤਲਬ ਆਪਣੇ ਰਿਲੀਜਨ ਦੇ ਵਿੱਚ ਕਥਾ ਕਰਦਾ, ਅਤੇ ਭਾਵੇਂ ਜੀ ਕੋਈ ਮੈਂ ਸਟੇਟਸ ਵੀ ਲਿਖ ਕੇ ਗੁਰਬਾਣੀ ਦਾ ਜਾਂ ਗੁਰਮਤਿ 'ਤੇ ਕੁਝ ਪਾਵਾਂ, ਅਤੇ ਅਗਲੇ ਦਿਨ ਫਿਰ ਉਹ ਮੇਰੇ ਤੋਂ ਉਹਦਾ ਅਰਥ ਪੁੱਛਦੇ ਨੇ ਕਿ ਇਹ ਤੁਸੀਂ ਕੱਲ੍ਹ ਪਾਇਆ ਸੀ ਅਤੇ ਮੈਨੂੰ ਸਮਝ ਨਹੀਂ ਆਇਆ, ਅਤੇ ਇਹਦਾ ਅਰਥ ਕੀ ਹੈ ਹਿੰਦੀ ਦੇ ਵਿੱਚ। ਉਹ ਫਿਰ ਮੈਂ ਉਹਨਾਂ ਨੂੰ, ਕਿਉਂਕਿ ਮਨ ਵਿੱਚ ਉਹਨਾਂ ਦੇ ਚਾਅ ਹੈ ਗੁਰਬਾਣੀ ਗੁਰਸਿੱਖੀ ਬਾਰੇ ਜਾਣਨ ਦਾ, ਅਤੇ ਉਹ ਫਿਰ ਮੈਂ ਉਹਨਾਂ ਨੂੰ ਦੱਸਦਾ। ਗੁਰਸਿੱਖੀ ਦਾ ਚਾਅ ਹੁੰਦਾ ਵਾ ਹੈ ਨਾ, ਅਤੇ ਕਈ ਵਾਰੀ ਮੈਨੂੰ ਇਵੇਂ ਲੱਗਦਾ ਕਿ ਭਾਸ਼ਾ ਦਾ ਇੱਕ ਬੈਰੀਅਰ ਬਣ ਜਾਂਦਾ ਵਾ, ਜਿਹਦੇ ਕਰਕੇ ਲੋਕ ਸਿੱਖੀ ਨਾਲ ਜੁੜ ਨਹੀਂ ਪਾਉਂਦੇ, ਜਿਹੜੇ ਪੰਜਾਬ ਤੋਂ ਅੱਡ ਸਟੇਟਸ ਦੇ ਨੇ। ਅਤੇ ਕਈ ਵਾਰੀ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਜਿਹੜੀਆਂ ਕਥਾਵਾਂ ਨੇ ਉਹ ਸਿਰਫ ਪੰਜਾਬੀ ਦੇ ਵਿੱਚ ਹੀ ਹੋਣੀ ਚਾਹੀਦੀ ਹੈ। ਅਤੇ ਤੁਹਾਡਾ ਕੀ ਮੰਨਣਾ ਹੈ, ਸਿੱਖੀ ਅਤੇ ਪੰਜਾਬੀ ਦਾ ਕਿੰਨਾ ਕੁ ਰਿਲੇਸ਼ਨ ਹੈ, ਅਤੇ ਕੀ ਸਿਰਫ ਕਥਾਵਾਂ ਜਿਹੜੀ ਗੁਰਮਤਿ ਵਿਚਾਰ ਨੇ, ਪ੍ਰਚਾਰ ਨੇ, ਕਿ ਉਹ ਸਿਰਫ ਪੰਜਾਬੀ ਦੇ ਵਿੱਚ ਹੀ ਹੋਣੇ ਚਾਹੀਦੇ? ਦੇਖੋ, ਇੱਥੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੀ ਪ੍ਰਾਇਓਰਿਟੀ ਹੈ ਨਾ, ਜਿਹੜੀ ਪ੍ਰੈਫਰੈਂਸ ਹੈ, ਉਹ ਹਮੇਸ਼ਾ ਸਾਡੀ ਮਾਂ ਬੋਲੀ ਨੂੰ ਹੈ। ਹਮੇਸ਼ਾ ਅਸੀਂ ਆਪਣੀ ਮਾਂ ਬੋਲੀ ਊੜਾ ਅਤੇ ਜੂੜਾ ਹਰ ਸਿੱਖ ਨੇ ਆਪਣੇ ਜੀਵਨ ਅੰਦਰ ਸੰਭਾਲਣਾ। ਪ੍ਰੈਫਰੈਂਸ ਅਸੀਂ ਮਾਂ ਬੋਲੀ ਨੂੰ ਦੇਣੀ ਹੈ। ਪਰ ਜੇ ਗੱਲ ਕਰੀਏ ਸਾਡੇ ਗੁਰੂ ਪਾਤਸ਼ਾਹ ਦੀ, ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਬਾਣੀ ਪੜ੍ਹਦੇ ਹਾਂ, ਅਤੇ ਸਾਡੀ ਬਾਣੀ ਦੀ ਸੁੰਦਰਤਾ ਦੇਖੋ ਆਪ ਜੀ ਨੂੰ, ਉਹਦੇ ਵਿੱਚ ਹਰ ਪ੍ਰਕਾਰ ਦੀ ਭਾਸ਼ਾ ਦੇਖਣ ਨੂੰ ਮਿਲੇਗੀ। ਜਿੱਥੇ ਵੀ ਏਰੀਏ ਵਿੱਚ ਮਹਾਰਾਜ ਗਏ ਉੱਥੋਂ ਦੀ ਭਾਸ਼ਾ ਵਿੱਚ ਉੱਥੇ ਉਪਦੇਸ਼ ਦਿੱਤਾ। ਇਹ ਬਾਣੀ ਦੀ ਵਿਲੱਖਣਤਾ ਹੈ, ਹਰ ਪ੍ਰਕਾਰ ਦੀ ਭਾਸ਼ਾ ਤੁਹਾਨੂੰ ਦੇਖਣ ਨੂੰ ਮਿਲੇਗੀ। ਅਤੇ ਜਿਵੇਂ ਇਤਿਹਾਸ ਆਪਾਂ ਦੇਖ ਲਈਏ, ਜੇ ਆਪਾਂ ਇਸ ਟੋਪਿਕ ਨੂੰ ਥੋੜ੍ਹਾ ਜਿਹਾ ਹੋਰ ਖੋਲ੍ਹੀਏ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪਣੇ ਸਿੱਖੀ ਦਾ ਪ੍ਰਚਾਰ ਕਰਦੇ ਹੁੰਦੇ ਸਨ, ਜਾ ਕੇ ਜਦੋਂ ਮਹਾਰਾਜ ਗੰਗਾ ਦੇ ਕਿਨਾਰੇ 'ਤੇ ਗਏ, ਜਦੋਂ ਆਪਣੇ ਪੰਜਾਬ ਨੂੰ ਖੇਤਾਂ ਨੂੰ ਪਾਣੀ ਦਿੱਤਾ, ਉੱਥੇ ਦੇਖੋ ਉਸ ਦਿਨ ਮੇਲਾ ਸੀ। ਕਿਉਂਕਿ ਅੱਜ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ, ਮੈਂ ਇੱਥੇ ਬੋਲ ਰਿਹਾ ਅਤੇ ਕਨੇਡਾ ਹੋਰ ਦੇਸ਼ਾਂ ਵਿੱਚ ਮੇਰੀ ਗੱਲ ਜਾ ਰਹੀ ਹੈ। ਉਹਨਾਂ ਸਮਿਆਂ 'ਚ ਆਪਾਂ ਇਮੈਜਿਨ ਕਰ ਸਕਦੇ ਹਾਂ ਕਿ ਕਿੰਨਾ ਔਖਾ ਹੁੰਦਾ ਹੋਵੇਗਾ ਕਿ ਆਪਣੀ ਗੱਲ ਨੂੰ ਦੂਜੇ ਦੇ ਘਰ ਵਿੱਚ ਜਾ ਕੇ ਕਹਿਣਾ। ਕੋਈ ਸੋਸ਼ਲ ਮੀਡੀਆ ਨਹੀਂ, ਕੋਈ ਫੈਸਿਲਿਟੀ ਨਹੀਂ। ਸੋ ਮਹਾਰਾਜ ਉਹਨਾਂ ਦਿਹਾੜਿਆਂ 'ਤੇ ਜਾਂਦੇ ਸਨ ਜਿੱਥੇ ਉੱਥੇ ਇਕੱਠ ਹੋਵੇ। ਮਹਾਰਾਜ ਜਾਂਦੇ ਸਨ ਅਤੇ ਆਪਣੇ ਘਰ ਦੀ ਗੱਲ ਦੂਜੇ ਘਰ ਦੇ ਵਿੱਚ ਕਰਦੇ ਸਨ। ਅੱਜ ਸਭ ਤੋਂ ਵੱਡੀ ਜਿਹੜੀ ਮੈਂ ਘਾਟ ਸਮਝਦਾ, ਸਾਡੀ ਘਰ ਦੇ ਗੱਲ ਘਰ ਵਿੱਚ ਰਹੀ ਜਾ ਰਹੀ ਹੈ। ਸੁਣਨ ਵਾਲਾ ਵੀ ਸਿੱਖ ਹੈ ਅਤੇ ਸੁਣਾਉਣ ਵਾਲਾ ਵੀ ਸਿੱਖ ਹੈ। ਜਿਹੜਾ ਸਟੇਜ 'ਤੇ ਬੋਲਦਾ ਉਹ ਵੀ ਸਿੱਖ, ਬੈਠ ਕੇ ਸੁਣਨ ਵਾਲਾ ਵੀ ਸਿੱਖ ਹੈ। ਘਰ ਦੀ ਗੱਲ ਆਪਾਂ ਆਪਣੇ ਸ਼ੁਰੂ ਤੋਂ ਜਿਹੜੀਆਂ ਸੰਪਰਦਾਵਾਂ ਨੇ ਜਾਂ ਗੁਰੂ ਸਾਹਿਬ ਨੇ, ਉਹ ਆਪਣੇ ਘਰ ਦੀ ਗੱਲ ਦੂਜੇ ਦੇ ਘਰ ਵਿੱਚ ਜਾ ਕੇ ਸੁਣਾਉਂਦੀਆਂ ਸਨ, ਅਤੇ ਜਿਨ੍ਹਾਂ ਨੂੰ ਉਹ ਗੱਲਾਂ ਪ੍ਰਭਾਵਿਤ ਕਰਦੀਆਂ ਸਨ, ਉਹ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਜੁੜਦੇ ਸਨ। ਭਾਸ਼ਾ ਦੀ ਆਪਾਂ ਨੇ ਗੱਲ ਕੀਤੀ ਹੈ, ਕਿਉਂਕਿ ਭਾਸ਼ਾ ਦੇਖੋ, ਜਿਵੇਂ ਮੈਂ ਪਹਿਲਾਂ ਆਪ ਜੀ ਨੂੰ ਕਿਹਾ ਕਿ ਸਾਡੀ ਪ੍ਰਾਇਓਰਟੀ ਮਾਂ ਬੋਲੀ ਹੈ। ਪਰ ਜੇ ਆਪਾਂ ਸਰੋਤਿਆਂ ਨੂੰ ਦੇਖੀਏ, ਅਤੇ ਜੇ ਕੋਈ ਸਰੋਤਾ ਕਿਸੇ ਹੋਰ ਭਾਸ਼ਾ, ਉਹ ਸਾਡੀ ਗੁਰਮੁਖੀ ਨਹੀਂ ਸਮਝਦਾ, ਅਤੇ ਅਸੀਂ ਜੇ ਉਹਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਆਪਣੀ ਗੁਰਮਤਿ ਦੀ ਗੱਲ, ਆਪਣੇ ਘਰ ਦੀ ਗੱਲ ਜਿਹੜੀ ਦੂਜੇ ਘਰ ਦੇ ਵਿੱਚ ਕਹਿਣੀ, ਜੇ ਆਪਾਂ ਸਰੋਤਿਆਂ ਨੂੰ ਦੇਖਣਾ ਕਿ ਉਹਦੇ ਵਿੱਚ ਉਹ ਸਰੋਤਿਆਂ ਨੂੰ ਸਾਡੀ ਗੱਲ ਕਈ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ। ਪ੍ਰਾਇਓਰਟੀ ਸਾਡੀ ਜਿਹੜੀ ਮਾਂ ਬੋਲੀ ਹੋਣੀ ਚਾਹੀਦੀ ਹੈ। ਪਰ ਗੁਰਮਤਿ ਨੂੰ ਕਿਸੇ ਵੀ ਭਾਸ਼ਾ ਦੇ ਵਿੱਚ ਆਪਾਂ ਕਿਸੇ ਨੂੰ ਜੇ ਉਹਦੇ ਬਾਰੇ ਦੱਸਦੇ ਹਾਂ, ਤਾਂ ਮੈਂ ਨਹੀਂ ਸਮਝਦਾ ਕਿ ਇਹਦੇ ਵਿੱਚ ਕੋਈ ਬੁਰਾਈ ਹੈ ਜੀ। ਅਤੇ ਇੱਕ ਗੱਲ ਮੈਨੂੰ ਬੜੀ ਇੰਟਰਸਟਿੰਗ ਲੱਗਦੀ ਆ ਕਿ ਬਈ ਤੁਸੀਂ ਹਰਿਆਣੇ 'ਚ ਰਹਿੰਦੇ ਹੋ ਹੈ ਨਾ, ਜਿੱਥੇ ਕਿ ਜ਼ਿਆਦਾ ਸਿੱਖ ਕੌਮ ਹੈਗੀ ਨਹੀਂ ਹੈ ਨਾ, ਅਤੇ ਉਹਦੇ ਬਾਵਜੂਦ ਵੀ ਇੱਥੇ ਸਾਰੇ ਲੋਕ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ, ਅਤੇ ਹੋਰ ਅੱਗੇ ਵਧੀਆ ਮਤਲਬ ਇੰਟਰਸਟ ਬਣ ਰਿਹਾ ਦੂਜੇ ਮਤ ਵਾਲਿਆਂ ਦਾ ਵੀ। ਪਰ ਜਿੱਦਾਂ ਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਅੱਜ ਕੱਲ੍ਹ ਹਾਲਾਤ ਜਿਵੇਂ ਜੇ ਚੱਲਦੇ ਪਏ ਨੇ ਹੈ ਨਾ, ਕਿ ਈਸਾਈਆਂ ਅਤੇ ਸਿੱਖਾਂ ਦਾ ਜੋ ਵੀ ਕੁਝ ਚੱਲ ਰਿਹਾ, ਉਹ ਆਪਾਂ ਸਾਰਿਆਂ ਨੂੰ ਪਤਾ ਆ। ਮਤਲਬ ਗੁਰਸਿੱਖ ਪਰਿਵਾਰ ਹੁੰਦੇ, ਉਹਦੇ ਬਾਅਦ ਵੀ ਉਹ ਪਤਿਤ ਹੋ ਜਾਂਦੇ ਆ ਜਾਂ ਸਿੱਖੀ ਤੋਂ ਟੁੱਟ ਰਹੇ ਨੇ। ਤੁਹਾਨੂੰ ਕੀ ਲੱਗਦਾ ਕੀ ਕਾਰਨ ਆ? ਮਤਲਬ ਕਿਹੜੀ ਗੱਲ ਕਰਕੇ ਜਿਹੜਾ ਇੱਕ ਸਿੱਖ ਆ ਜਿਹੜਾ ਸਿੱਖੀ ਨਾਲ ਟੁੱਟਦਾ ਆ, ਅਤੇ ਕਿਹੜੀ ਗੱਲ ਕਰਕੇ ਟੁੱਟਦਾ ਵਾ? ਦੇਖੋ, ਮੈਂ ਸਮਝਦਾ ਕਿ ਇੱਕ ਜਿਹੜਾ ਕਾਰਨ ਹੈ ਨਾ, ਇਹਦਾ ਜਿਹੜਾ ਵੀ ਸੁਣ ਰਿਹਾ ਹਰ ਸਿੱਖ ਨੂੰ ਇਹ ਕਾਰਨ ਆਪਣੇ ਬੁੱਧੀ ਅਨੁਸਾਰ ਵਿਚਾਰਨਾ ਚਾਹੀਦਾ ਕਿ ਐਸਾ ਕਿਹੜਾ ਕਾਰਨ ਹੈ ਜਿਹਦੇ ਕਾਰਨ ਸਿੱਖ ਜਿਹੜਾ ਹੈ ਦੂਰ ਜਾ ਰਿਹਾ ਸਿੱਖੀ ਤੋਂ, ਜਾਂ ਸਿੱਖੀ ਤੋਂ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾ ਰਿਹਾ। ਇਹ ਵਿਚਾਰਨਯੋਗ ਗੱਲ ਹੈ। ਆਪਾਂ ਦੇਖੀਏ ਅਨੰਦਪੁਰ ਸਾਹਿਬ ਦੀ ਗੜੀ ਦੇ ਵਿੱਚ
ਇੱਕ ਬੁੱਕ ਛੋਲਿਆਂ 'ਤੇ ਵੀ ਸਿੰਘਾਂ ਨੇ ਗੁਜ਼ਾਰਾ ਕੀਤਾ, ਪਰ ਪਾਤਸ਼ਾਹ ਦਾ ਸਾਥ ਨਹੀਂ ਛੱਡਿਆ। ਪਤਾ ਵੀ ਅੱਗੇ ਮੌਤ ਹੈ, ਪਤਾ ਨਹੀਂ ਕਿਹੜੇ ਵੇਲੇ ਤੀਰ ਆਉਣਾ ਅਤੇ ਲੱਗ ਜਾਣਾ। ਮਹਾਰਾਜ ਐਸਾ ਕੀ ਵੰਡਦੇ ਸਨ ਕਿ ਉਹ ਸਿੱਖ ਆਪਣੇ ਗੁਰੂ ਤੋਂ ਜਾਨ ਤੱਕ ਵਾਰ ਦਿੰਦੇ ਸਨ। ਇਹ ਗੱਲ ਵਿਚਾਰਨੀ ਪੈਣੀ ਹੈ ਕਿ ਇੰਨੇ ਕਠਿਨ ਸਮਿਆਂ ਵਿੱਚ ਵੀ ਸਿੱਖਾਂ ਨੇ ਮਹਾਰਾਜ ਦਾ ਸਾਥ ਨਹੀਂ ਛੱਡਿਆ। ਉਸ ਵੇਲੇ ਐਸੀ ਕਿਹੜੀ ਚੀਜ਼ ਸੀ ਜਿਹੜੀ ਮਹਾਰਾਜ ਵੰਡਦੇ ਸਨ ਜੋ ਅੱਜ ਅਸੀਂ ਨਹੀਂ ਵੰਡ ਰਹੇ, ਤਾਂ ਕਿ ਜਿਹੜੇ ਸਿੱਖ ਨੇ ਉਹ ਪਤਿਤ ਹੋ ਰਹੇ ਨੇ। ਅਤੇ ਜਿਹੜਾ ਜਵਾਬ ਹੈ ਸਾਡੇ ਅੱਗੇ ਆਏਗਾ ਪ੍ਰੇਮ, ਉਹਨਾਂ ਨੂੰ ਗੱਲ ਨਾਲ ਲਾਉਣਾ। ਮਹਾਰਾਜ ਆਪਣੇ ਸਿੱਖਾਂ ਦੇ ਅੰਦਰ ਪ੍ਰੇਮ ਵੰਡਦੇ ਸਨ। ਐਸਾ ਪ੍ਰੇਮ ਤੁਸੀਂ ਦੇਖੋ ਕਿ ਉਹ ਗੁਰੂ ਤੋਂ ਜੀ ਜਾਨ ਵਾਰਨ ਤੱਕ ਚਲੇ ਜਾਂਦੇ ਸਨ। ਉਹ ਗੁਰੂ ਤੋਂ ਜਾਨ ਵਾਰ ਦਿੰਦੇ ਸਨ। ਇੱਕ ਇੱਕ ਮੁੱਠ ਛੋਲਿਆਂ 'ਤੇ ਗੁਜ਼ਾਰਾ ਕਰਨਾ ਪਿਆ। ਪਰ ਅੱਜ ਜੇ ਮੈਂ ਸਮਝਦਾ ਕਿ ਸਿੱਖੀ ਨੂੰ ਛੱਡ ਕੇ ਜੇ ਕੋਈ ਜਾ ਰਿਹਾ ਅਤੇ ਭਾਵੇਂ ਘਾਟ ਉਹਨਾਂ ਦੇ ਸਿਦਕ ਵਿੱਚ ਵੀ ਹੈ, ਪਰ ਕਿਤੇ ਨਾ ਕਿਤੇ ਘਾਟ ਜਿਹੜਾ ਹੈ ਪ੍ਰਚਾਰ ਵਿੱਚ ਵੀ ਮੈਂ ਸਮਝਦਾ ਜੀ। ਤੁਸੀਂ ਪ੍ਰਚਾਰ ਵਿੱਚ ਤੁਹਾਨੂੰ ਲੱਗਦਾ ਕਿ ਕੁਝ ਨਾ ਕੁਝ ਘਾਟ ਪੈ ਗਈ ਹੈ, ਹੈ ਨਾ? ਕਿ ਪ੍ਰਚਾਰ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਦਾ ਪ੍ਰਚਾਰ ਹੋਣਾ ਚਾਹੀਦਾ ਸੀਗਾ ਅਤੇ ਕਿਵੇਂ ਦਾ ਪ੍ਰਚਾਰ ਹੋ ਰਿਹਾ? ਦੇਖੋ, ਮੈਂ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਸਟੇਜ 'ਤੇ ਕੁਝ ਹੋਰ ਬੋਲਦੇ ਹਾਂ, ਪਰ ਸਾਡਾ ਜਿਹੜਾ ਜੀਵਨ ਹੈ ਉਹ ਕੁਝ ਹੋਰ ਹੁੰਦਾ। ਅਸੀਂ ਨੀਵਿਆਂ ਨੂੰ ਅੱਜ ਉਹ ਨੀਵਾਂ ਉੱਚਾ ਜਿਹੜਾ ਮਹਾਰਾਜ ਨੇ ਇੱਕ ਬਾਟੇ 'ਚ ਅੰਮ੍ਰਿਤ ਛਕਾ ਕੇ ਖ਼ਤਮ ਕੀਤਾ ਸੀ, ਅੱਜ ਉਹ ਫਿਰ ਵੱਧਦਾ ਜਾ ਰਿਹਾ। ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਰੰਗਰੇਟੇ ਗੁਰੂ ਕੇ ਬੇਟੇ, ਜਿਨ੍ਹਾਂ ਨੂੰ ਮਹਾਰਾਜ ਨੇ ਸੀਨੇ ਨਾਲ ਲਾਇਆ, ਸਟੇਜ ਤੋਂ ਆਪਾਂ ਉਹ ਸਾਖੀਆਂ ਸੁਣਾਉਂਦੇ ਹਾਂ, ਪਰ ਆਪਾਂ ਉਹਨਾਂ ਨੂੰ ਉਹ ਸਿੱਖੀ ਵਾਲਾ ਮਾਣ ਨਹੀਂ ਦੇ ਰਹੇ। ਵੀਡੀਓਜ਼ ਹਾਲ ਹੀ ਵਿੱਚ ਮੈਂ ਦੇਖੀਆਂ, ਉਹ ਇੱਕ ਗੁਰੂ ਘਰ ਵਿੱਚੋਂ ਤਾਬਿਆ ਬੈਠਾ ਸਿੰਘ ਪਾਠ ਕਰ ਰਿਹਾ ਸੀ, ਉਹਨੂੰ ਬਾਹੋਂ ਫੜ ਕੇ ਉਠਾ ਕੇ ਗੁਰੂ ਘਰ 'ਚੋਂ ਬਾਹਰ ਕੱਢ ਦਿੱਤਾ ਜਾਂਦਾ। ਕਾਰਨ ਕਿ ਉਹ ਇੱਕ ਛੋਟੀ ਜਾਤ ਦਾ। ਇੱਥੇ ਹਰਿਆਣਾ ਵਿੱਚ ਤਾਂ ਚਲੋ ਨਹੀਂ, ਪੰਜਾਬ ਵਿੱਚ ਮੈਂ ਦੇਖਿਆ ਜਾਤਾਂ ਦੇ ਨਾਂ 'ਤੇ ਗੁਰਦੁਆਰੇ ਬਣੇ ਹੋਏ ਨੇ। ਅਮਜਵੀ ਸਿੰਘਾਂ ਦਾ ਗੁਰਦੁਆਰਾ ਹੈ ਅਤੇ ਆ ਜੱਟ ਸਿੱਖਾਂ ਦਾ ਗੁਰਦੁਆਰਾ ਹੈ। ਅਤੇ ਇਹ ਜਿਹੜੀ ਕਮੀ ਹੈ ਮੈਂ ਸਮਝਦਾ ਕਿਤੇ ਨਾ ਕਿਤੇ ਆਈ ਹੈ, ਕਿਉਂਕਿ ਜਿਹੜਾ ਪਿੱਛੇਲਾ ਵਰਗ ਹੈ ਉਹਨੂੰ ਅਸੀਂ ਹੋਰ ਪਿੱਛੇ ਕਰਦੇ ਜਾ ਰਹੇ ਹਾਂ, ਜਦ ਕਿ ਉਹਨਾਂ ਨੂੰ ਆਪਾਂ ਗੱਲ ਨਾਲ ਲਾਉਣਾ ਸੀ। ਉਹ ਦੂਰ ਦੂਰ ਕਰਿਆ ਉਹ ਗੁਰੂ ਤੋਂ ਦੂਰ ਹੀ ਹੋ ਜਾਣਗੇ। ਆਪਾਂ ਨੇੜਤਾ ਵਧਾਉਣੀ ਹੈ। ਅੱਜ ਲੋੜ ਹੈ ਇੱਕ ਸਿੱਖ ਦੀ ਬਾਂਹ ਫੜੇ ਜੀ। ਹਾਂਜੀ, ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਆਪਾਂ ਹੁਣ ਦੁਬਾਰਾ ਤੁਹਾਡੇ ਉੱਤੇ ਆਉਂਦੇ ਹਾਂ ਅਤੇ ਤੁਹਾਡੇ 'ਚ ਬਾਰ ਮੇਰਾ ਇੱਕ ਸਵਾਲ ਆਉਂਦਾ ਕਿ ਤੁਹਾਡਾ ਜਿੱਦਾਂ ਦਾ ਲਾਈਫ ਸਟਾਈਲ ਆ, ਹੈ ਨਾ, ਜਿੱਦਾਂ ਦਾ ਤੁਹਾਡਾ ਸੁਭਾਅ ਹੋ ਗਿਆ ਵਾ, ਮਤਲਬ ਉਹ ਯੂਜੂਅਲੀ ਆਪਾਂ ਨੌਜਵਾਨਾਂ ਦੇ ਵਿੱਚ ਨਹੀਂ ਦੇਖਦੇ ਹਾਂ, ਇਹ ਬਹੁਤ ਰੇਅਰ ਆ, ਹੈ ਨਾ? ਅਤੇ ਤੁਸੀਂ ਦੱਸਿਆ ਕਿ ਤੁਹਾਡੇ ਕਲਾਸਮੇਟ ਦਾ, ਤੁਹਾਡੇ ਰਿਲੇਟਿਵ ਦਾ, ਸਾਰਿਆਂ ਦਾ ਤੁਹਾਡੇ ਪ੍ਰਤੀ ਜਿਹੜਾ ਬਿਹੇਵੀਅਰ ਆ ਉਹ ਬਹੁਤ ਵਧੀਆ ਵਾ, ਸਾਰੇ ਅਪਰੀਸ਼ੀਏਟ ਕਰਦੇ ਆ। ਪਰ ਜੇ ਆਪਾਂ ਆਮ ਨੋਰਮਲ ਆਪਣੀ ਲਾਈਫ ਦੇ ਵਿੱਚ ਦੇਖੀਏ ਤਾਂ ਯੂਜੂਅਲੀ ਜਦੋਂ ਸਿੱਖੀ ਦੇ ਵਿੱਚ ਜ਼ਿਆਦਾ ਆਉਂਦੇ ਆ ਜਵਾਕ, ਹੈ ਨਾ, ਜਾਂ ਕੋਈ ਵੀ ਜ਼ਿਆਦਾ ਗੁਰੂ ਵਾਲਾ ਬਣਦਾ ਵਾ, ਉਹਨੂੰ ਹਮੇਸ਼ਾ ਇੱਕ ਤਰੀਕੇ ਨਾਲ ਉਹਦੀ ਲੱਤਾਂ ਖਿੱਚੀਆਂ ਜਾਂਦੀਆਂ ਨੇ। ਇੱਕ ਬਾਬਾ ਸ਼ਬਦ ਜਿਹੜਾ ਹੈ ਉਹ ਅਕਸਰ ਵਰਤਿਆ ਜਾਂਦਾ ਵਾ, ਹੈ ਨਾ, ਕਿ ਹੁਣ ਤਾਂ ਤੂੰ ਬਾਬਾ ਬਣ ਗਿਆ, ਹੁਣ ਤਾਂ ਤੈਨੂੰ ਐਡਾ ਬਾਬਾ ਬਣਨ ਦੀ ਕੀ ਲੋੜ ਸੀਗੀ। ਇਹ ਤੁਹਾਡੇ ਨਾਲ ਕਦੇ ਨਹੀਂ ਹੋਇਆ ਕਿ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਤੇ ਤਾਂ ਹਜੇ ਉਮਰ ਆ, ਤੂੰ ਪੜ੍ਹ ਲਿਖ ਲਾ ਜਾਂ ਕੋਈ ਹੋਰ ਕੁਝ ਕੰਮ ਕਾਰ ਕਰ ਲਾ, ਹਜੇ ਇੰਨੀ ਛੇਤੀ ਬਾਬਾ ਬਣਨ ਦੀ ਕੀ ਲੋੜ ਆ? ਦੇਖੋ, ਮੈਂ ਦੱਸਣਾ ਚਾਹੁੰਦਾ ਕਿ ਮੇਰੀ ਅਕੈਡਮਿਕਸ ਬਹੁਤ ਵਧੀਆ। ਅਕੈਡਮਿਕਸ ਦੇ ਵਿੱਚ ਮੈਂ ਕਲਾਸ ਦਾ ਟੋਪਰ ਵੀ ਰਿਹਾ। ਹੁਣ ਮੇਰੀ ਅਕੈਡਮਿਕਸ ਬਹੁਤ ਵਧੀਆ, ਅਤੇ ਭਾਵੇਂ ਫੈਮਿਲੀ ਦਾ ਫੁੱਲ ਸਪੋਰਟ ਰਿਹਾ, ਆਪਣੀ ਸਾਰਾ ਦਾ ਮਦਰ ਫਾਦਰ ਪੇਰੈਂਟਸ ਦਾ, ਬਟ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਵੀ ਇਹ ਸੁਣਨ ਨੂੰ ਆਉਂਦਾ ਸੀ ਕਿ ਐਡੀ ਛੋਟੀ ਉਮਰ ਵਿੱਚ ਜੇ ਇਹ ਅਕੈਡਮਿਕਸ 'ਚ ਹੀ ਕੰਟੀਨਿਊ ਕਰਦਾ ਤਾਂ ਸ਼ਾਇਦ ਇਹ ਜ਼ਿਆਦਾ ਵਧੀਆ ਕਰ ਸਕਦਾ ਸੀ। ਅਤੇ ਇਹ ਗੱਲਾਂ ਮੈਨੂੰ ਵੀ ਸੁਣਨ ਵਿੱਚ ਆਈਆਂ। ਪਿਤਾ ਜੀ ਨੂੰ ਵੀ ਮਤਲਬ ਕਈਆਂ ਨੇ ਕਿਹਾ ਕਿ ਇਹਨੂੰ ਛੋਟੀ ਜਿਹੀ ਉਮਰ ਵਿੱਚ ਬਾਬਾ ਬਣਾ ਦਿੱਤਾ ਹੈ, ਅਤੇ ਉਹ ਇੱਕੋ ਗੱਲ ਕਹਿੰਦੇ ਹੁੰਦੇ ਆ ਵੀ ਅਸੀਂ ਕੌਣ ਆ ਬਣਾਉਣ ਵਾਲੇ, ਨਾ ਇਹਦੀ ਹੈਸੀਅਤ ਸੀ ਕਿ ਇਹ ਬਣ ਸਕਦਾ, ਨਾ ਅਸੀਂ ਇਹਨੂੰ ਬਣਾਉਣ ਵਾਲੇ। ਇਹ ਮੈਂ ਸਮਝਦਾ ਗੁਰੂ ਸਾਹਿਬ ਦੀ ਕਿਰਪਾ ਹੈ, ਅਤੇ ਐਵੇਂ ਕਹਿਣਾ ਹੀ ਨਹੀਂ ਚਾਹੀਦਾ ਕਿਸੇ ਨੂੰ ਵੀ, ਕਿਉਂਕਿ ਇਹ ਲਗਨ ਜਿਹੜੀ ਹੈ ਗੁਰੂ ਸਾਹਿਬ ਲਾਉਂਦੇ ਨੇ। ਅਤੇ ਮੈਨੂੰ ਜਿਹੜਾ ਤੁਹਾਡਾ ਸਵਾਲ ਸੀ ਕਿ ਕਦੀ ਕਦੀ ਸੁਣਨ ਨੂੰ ਆਉਂਦਾ ਸੀ ਕਿ ਇਹ ਇਸੇ ਪਾਸੇ ਜੇ ਜ਼ਿਆਦਾ ਕੰਟੀਨਿਊ ਕਰਦਾ ਤਾਂ ਜ਼ਿਆਦਾ ਅੱਗੇ ਜਾ ਸਕਦਾ ਸੀ। ਅਤੇ ਅਕੈਡਮਿਕਸ ਅਤੇ ਪੜ੍ਹਾਈ, ਆਪਣੀ ਜਿਹੜੀ ਪੜ੍ਹਾਈ ਆ ਤੁਹਾਡੀ, ਅਤੇ ਉਹਦੇ ਨਾਲ ਆਪਾਂ ਦੇਖਦੇ ਹਾਂ ਕਿ ਤੁਹਾਡੀ ਗੁਰਮਤ ਵਾਲੀ ਜਿਹੜੀ ਨੌਲੇਜ ਆ, ਉਹਨਾਂ ਦੋਵਾਂ ਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ? ਉਹਦਾ ਤੁਹਾਡਾ ਸੋਰਸ ਕੀ ਆ, ਹੈ ਨਾ, ਗੁਰਮਤ ਦੀ ਵਿੱਦਿਆ ਦਾ? ਚਲੋ ਗੁਰੂ ਸਾਹਿਬ ਦੀ ਤਾਂ ਕਿਰਪਾ ਹੈਗੀ ਆ, ਪਰ ਸਾਨੂੰ ਇਤਿਹਾਸ ਪੜ੍ਹਨਾ ਪੈਂਦਾ। ਤੁਸੀਂ ਮਤਲਬ ਸੰਥਿਆ ਕਿੱਥੋਂ ਲਈ ਆ? ਤੁਹਾਡਾ ਗੁਰਮਤ ਵਿੱਦਿਆ ਤੁਸੀਂ ਲੈਂਦੇ ਹੋ ਕਿਤੇ, ਮਤਲਬ ਸਪੈਸੀਫਿਕਲੀ ਕਿੱਥੋਂ? ਦੇਖੋ, ਤੁਹਾਨੂੰ ਵੀ ਜਾਣ ਕੇ ਹੈਰਾਨੀ ਹੋਈ ਕਿ ਜਿਹੜੀ ਗੁਰਮਤ ਵਿੱਦਿਆ ਉਹ ਫਿਲਹਾਲ ਦਾਸ ਨੇ ਪਰਟੀਕੂਲਰਲੀ ਕਿਧਰੋਂ ਪ੍ਰਾਪਤ ਨਹੀਂ ਕੀਤੀ। ਜਿਹੜਾ ਮੈਂ ਕਥਾ ਕਰਦਾ ਜਾਂ ਕੁਝ ਵੀ ਕਰਦਾ, ਉਹ ਮੈਂ ਕਹਿ ਸਕਦਾ ਕਿ ਮੇਰੀ ਸਮਝ ਤੋਂ ਵੀ ਬਾਹਰ ਹੈ ਕਿ ਮੈਂ ਉਹ ਸ਼ਬਦ ਕਿਵੇਂ ਬੋਲ ਲੈਂਦਾ ਜਾਂ ਕੁਝ ਵੀ ਹੈ।
ਪਰ ਫਿਰ ਵੀ ਥੋੜ੍ਹਾ ਬਹੁਤ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਮਹਾਂਪੁਰਖਾਂ ਦਾ ਸੰਗ ਪ੍ਰਾਪਤ ਹੋਇਆ, ਜਾਂ ਮੈਂ ਸੰਤ ਮਸਕੀਨ ਸਾਹਿਬ ਨੂੰ ਆਪਣੇ ਜੀਵਨ ਅੰਦਰ ਬਹੁਤ ਜ਼ਿਆਦਾ ਸੁਣਦਾ, ਅਤੇ ਹੋ ਸਕਦਾ ਹੈ ਕਿ ਉਹਨਾਂ ਦੇ ਵਿਚਾਰਾਂ ਤੋਂ ਮੈਨੂੰ ਬਹੁਤ ਪ੍ਰੇਰਨਾ ਮਿਲਦੀ ਹੈ। ਜਿਹੜੀ ਗੱਲ ਹੈ ਗੁਰਮਤਿ ਵਿੱਦਿਆ ਦੀ, ਫਿਲਹਾਲ ਪ੍ਰਾਪਤ ਨਹੀਂ ਕੀਤੀ, ਪਰ ਗੁਰੂ ਸਾਹਿਬ ਕਿਰਪਾ ਕਰਨ +2 ਤੋਂ ਬਾਅਦ ਇਹ ਵੀ ਬਹੁਤ ਜ਼ਰੂਰੀ ਹੈ, ਇਸ ਪਾਸੇ ਵੀ ਵਿਚਾਰ ਕਰਾਂਗੇ ਜੀ। ਅਤੇ ਤੁਹਾਡੇ ਨਾਲ ਦੇ ਜਿਹੜੇ ਫਰੈਂਡਸ ਨੇ, ਤੁਸੀਂ ਯੂਥ ਹੋ ਹੈ ਨਾ, ਤੁਸੀਂ ਦੱਸਿਆ ਕਿ ਆਪਣੇ ਪ੍ਰਚਾਰ ਦੇ ਵਿੱਚ ਕੁਝ ਨਾ ਕੁਝ ਫਲੋ ਰਹਿ ਗਿਆ ਵਾ, ਹੈ ਨਾ, ਕੁਝ ਨਾ ਕੁਝ ਕਮੀ ਹੋਣੀ ਜਿਹਦੇ ਕਰਕੇ ਸਾਡੀ ਕਮੀ ਦੇ ਕਰਕੇ ਸਾਡੇ ਨੌਜਵਾਨ ਟੁੱਟ ਗਏ ਨੇ। ਤੁਹਾਨੂੰ ਕੀ ਲੱਗਦਾ ਕਿ ਬੀਇੰਗ ਅ ਯੂਥ ਤੁਸੀਂ ਇੱਕ ਨੌਜਵਾਨਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਇੱਕ ਤਰੀਕੇ ਦੇ, ਤੁਸੀਂ ਉਹਨਾਂ ਦੀ ਪ੍ਰੋਬਲਮਸ ਨੂੰ, ਉਹਨਾਂ ਦੀ ਵਿਚਾਰਧਾਰਨਾ ਨੂੰ ਚੰਗੀ ਤਰੀਕੇ ਦੇ ਨਾਲ ਸਮਝਦੇ ਹੋ ਕਿਉਂਕਿ ਤੁਸੀਂ ਉਹਨਾਂ ਦੇ ਵਿੱਚ ਵਿਚਰਦੇ ਹੋ, ਅਤੇ ਤੁਹਾਨੂੰ ਕੀ ਸਮਝ ਲੱਗਿਆ ਕਿ ਇੱਕ ਮਤਲਬ ਇੱਕ ਨਵੇਂ ਤਰੀਕੇ ਦੀ ਕੀ ਕਿਤੇ ਲੋੜ ਆ? ਤੁਹਾਨੂੰ ਲੱਗਦਾ ਨਹੀਂ ਕਿ ਥੋੜ੍ਹੀ ਜਿਹੀ ਇਨੋਵੇਸ਼ਨ ਹੋਣੀ ਚਾਹੀਦੀ ਹੈ ਸਿੱਖੀ ਦੇ ਪ੍ਰਚਾਰ ਦੇ ਤਰੀਕੇ ਦੇ ਵਿੱਚ, ਜਿੱਦਾਂ ਜਿਹੜਾ ਪੁਰਾਤਨ ਸਟਾਈਲ ਆ ਹੈ ਨਾ ਗੁਰਮਤਿ ਵਿਚਾਰ ਦਾ ਜਾਂ ਕਥਾ ਕਰਨ ਦਾ? ਤੁਹਾਨੂੰ ਲੱਗਦਾ ਨਹੀਂ ਕਿ ਵੀ ਮੈਂ ਨਵਾਂ ਆਇਆ ਅਤੇ ਮੈਨੂੰ ਲੱਗਦਾ ਕਿ ਥੋੜ੍ਹਾ ਜਿਹੇ ਚੇਂਜਿਸ ਹੋਣੇ ਚਾਹੀਦੇ ਆ, ਹੈ ਨਾ? ਦੇਖੋ, ਕਿਉਂਕਿ ਜਿਹੜਾ ਮੇਰਾ ਯੂਥ ਦਾ ਸਰਕਲ ਹੈ, ਮੈਂ ਉਹਦੇ ਵਿੱਚ ਦੇਖਿਆ, ਉਹ ਜਦੋਂ ਕਥਾ ਸੁਣਦੇ ਨੇ, ਕਥਾਕਾਰ ਆਉਂਦਾ, ਕਥਾ ਕਰਕੇ ਚਲਾ ਜਾਂਦਾ, ਉਹਨਾਂ ਦੇ ਮਨ ਵਿੱਚ ਬੜੇ ਵਲਵਲੇ, ਬੜੇ ਸਵਾਲ ਰਹਿ ਜਾਂਦੇ ਨੇ, ਅਤੇ ਅਕਸਰ ਫਿਰ ਉਹ ਆ ਕੇ ਮੇਰੇ ਤੋਂ ਪੁੱਛਦੇ ਨੇ ਬਈ ਉਹਨਾਂ ਨੇ ਐਵੇਂ ਕਿਹਾ, ਅਤੇ ਮੇਰੇ ਮਨ ਵਿੱਚ ਇਹ ਸਵਾਲ ਹੈ। ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਪੰਥ ਦੇ ਪ੍ਰਸਿੱਧ ਵਿਦਵਾਨ ਨੇ, ਜਾਂ ਕਥਾਵਾਚਕ ਨੇ, ਜਾਂ ਗਿਆਨੀ ਨੇ, ਜਿਹੜੇ ਵਿਦਵਾਨ ਨੇ, ਕੁਝ ਐਸੇ ਸੈਸ਼ਨ ਹੋਣ, ਕਿਉਂਕਿ ਅੱਜ ਦੇ ਸਮੇਂ ਵਿੱਚ ਜਿਹੜਾ ਸਾਡਾ ਪ੍ਰਚਾਰਕ ਹੈ, ਵਿਦਵਾਨ ਹੈ, ਅਤੇ ਜਿਹੜੀ ਯੂਥ ਹੈ, ਉਹਦਾ ਬੌਂਡ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅਗਾਂਹ ਪੰਥ ਯੂਥ ਦੇ ਹੱਥ ਵਿੱਚ ਆਉਣਾ, ਅਗਾਂਹ ਯੂਥ ਨੇ ਪੰਥ ਦੀਆਂ ਕਮਾਨਾਂ ਸੰਭਾਲਣੀਆਂ ਨੇ। ਸੋ ਪ੍ਰਚਾਰਕ ਅਤੇ ਯੂਥ ਦਾ ਇੱਕ ਬੌਂਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦੇ ਵਾਸਤੇ ਜੇ ਕੁਝ ਨਵੇਂ ਤਰੀਕੇ ਅਪਣਾਉਣੇ ਪੈਂਦੇ ਨੇ, ਅਤੇ ਮੈਨੂੰ ਲੱਗਦਾ ਉਹ ਵੀ ਅਪਣਾਉਣੇ ਚਾਹੀਦੇ ਨੇ, ਤਾਂ ਕਿ ਬੌਂਡ ਜਿਹੜਾ ਵਧੀਆ ਹੋਵੇ। ਕੁਝ ਐਸੇ ਸੈਸ਼ਨਸ ਕੀਤੇ ਜਾ ਸਕਦੇ ਨੇ ਯੂਥ ਨਾਲ, ਜਿਹਦੇ ਨਾਲ ਆਪਣੇ ਮਨ ਦੇ ਜਿਹੜੇ ਵਲਵਲੇ ਨੇ, ਜਿਹੜੀਆਂ ਗੱਲਾਂ ਨੇ, ਜਿਹੜੀਆਂ ਕਨਫਿਊਜ਼ਨਸ ਨੇ, ਜਿਹੜੀਆਂ ਯੂਥ ਦੇ ਮਨ ਵਿੱਚ ਪਾਈਆਂ ਜਾਂਦੀਆਂ ਨੇ, ਉਹ ਉਹਨਾਂ ਵਿਦਵਾਨਾਂ ਨਾਲ ਉਹ ਸੌਟ ਆਊਟ ਕਰ ਸਕਣ ਜੀ। ਹਾਂਜੀ, ਜਦੋਂ ਯੂਥ ਦੀ ਗੱਲ ਹੁੰਦੀ ਆ, ਆਪਾਂ ਉਸ ਚੀਜ਼ ਤੋਂ ਆਪਣੀਆਂ ਅੱਖਾਂ ਫੇਰ ਨਹੀਂ ਸਕਦੇ ਜਿਹੜੀ ਕਿ ਹਾਲ ਦੇ ਵਿੱਚ ਪੰਜਾਬ ਦੇ ਵਿੱਚ ਹੁੰਦੀ ਪਈਆਂ ਨੇ। ਯੂਥ ਦੀ ਗੱਲ ਹੋਈ ਆ, ਯੂਥ ਦਾ ਇੱਕ ਰਿਪਰੈਜ਼ੈਂਟੇਸ਼ਨ ਵਾਰਿਸ ਪੰਜਾਬ ਦੇ ਜਿਹੜੇ ਆਗੂ ਨੇ, ਹੈ ਨਾ, ਭਾਈ ਅੰਮ੍ਰਿਤਪਾਲ ਸਿੰਘ ਹੋਣਾ ਜੀ, ਉਹਨਾਂ ਦੇ ਥਰੂ ਇੱਕ ਧਾਰਮਿਕ ਈਵੈਂਟ ਆਪਾਂ ਕਹਿ ਸਕਦੇ ਹਾਂ, ਜਿਹੜਾ ਕਿ ਮਤਲਬ ਉੱਥੇ ਔਰਗਨਾਈਜ਼ ਕੀਤਾ ਗਿਆ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਅਤੇ ਫਿਰ ਉਹਦੇ ਬਾਅਦ 29 ਤਰੀਕ ਨੂੰ ਹੈ ਨਾ ਰੋੜੀ ਪਿੰਡ ਦੇ ਵਿੱਚ। ਤਾਂ ਉਹਨਾਂ ਦਾ ਜਿਹੜਾ ਤਰੀਕਾ ਵਾ ਮਤਲਬ ਨੌਜਵਾਨ ਨੂੰ ਸਿੱਖੀ ਦੇ ਨਾਲ ਜੋੜਨ ਦਾ, ਕੀ ਤੁਸੀਂ ਉਸ ਤਰੀਕੇ ਦੇ ਨਾਲ ਸਹਿਮਤ ਹੋ ਕਿ ਤੁਹਾਨੂੰ ਲੱਗਦਾ ਕਿ ਇਹ ਸਹੀ ਤਰੀਕਾ ਵਾ? ਦੇਖੋ, ਹੁਣ ਤੱਕ ਜੋ ਉਹਨਾਂ ਨੇ ਕੀਤਾ, ਮੈਂ ਉਹਨੂੰ ਬਹੁਤ ਸ਼ਲਾਘਨਯੋਗ ਕਹਿੰਦਾ ਕਿ ਇੰਨੇ ਨੌਜਵਾਨਾਂ ਨੂੰ ਮੈਂ ਦੇਖਿਆ ਕਿ ਉੱਥੇ ਬਹੁਤ ਸਨਾਤਨ ਮੱਤ ਤੋਂ ਵੀ, ਮੁਸਲਮਾਨ ਮੱਤ ਤੋਂ ਵੀ ਬਹੁਤ ਨੌਜਵਾਨ ਆਏ ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ। ਸੋ ਜਿਹੜਾ ਕੋਈ ਗੁਰੂ ਦੇ ਲੜ ਲਾ ਰਿਹਾ, ਅਤੇ ਮੈਂ ਸਮਝਦਾ ਫਿਲਹਾਲ ਤੱਕ ਮੈਂ ਉਹ ਬਹੁਤ ਸ਼ਲਾਘਾਯੋਗ ਹੈ ਜੀ। ਹਾਂਜੀ, ਅਤੇ ਉਹਨਾਂ ਦੇ ਤਰੀਕੇ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੋ, ਪਰ ਕਈ ਵਾਰੀ ਆਪਾਂ ਦੇਖਦੇ ਹਾਂ, ਕਈ ਵਾਰੀ ਕਿ ਕਿਤੇ ਨਾ ਕਿਤੇ ਉਹਨਾਂ ਦਾ ਇੱਕ ਅੱਡ ਸਟੇਟ ਬਾਰੇ ਉਹ ਗੱਲ ਕਰਦੇ ਹੁੰਦੇ ਆ, ਅਤੇ ਕਿ ਸਾਡੇ ਅੱਡ ਨੇਸ਼ਨ ਹੋਣੇ ਚਾਹੀਦੇ ਆ, ਕਿਉਂਕਿ ਇਸ ਕੰਟਰੀ ਦੇ ਵਿੱਚ ਆਪਣੇ ਰਾਈਟਸ ਜਿਹੜੇ ਫੁੱਲਫਿਲ ਨਹੀਂ ਹੋ ਰਹੇ ਨੇ। ਸਿੱਖਾਂ ਦੇ ਰਾਈਟ ਦੇ ਬਾਰੇ ਗੱਲ ਕਰਦੇ ਆ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਕਿ ਸਾਨੂੰ ਇੱਕ ਅੱਡ ਸਟੇਟ ਦੀ ਲੋੜ ਹੈਗੀ ਆ? ਦੇਖੋ, ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਧਰਤੀ ਹੈ, ਬੜੀ ਪਾਵਨ ਹੈ, ਸਾਡੇ ਗੁਰੂਆਂ ਪੀਰਾਂ ਨੇ ਇੱਥੇ ਜਨਮ ਲਿਆ, ਇੱਥੇ ਵਿਚਰੇ। ਸੋ ਇਸ ਧਰਤੀ ਵਾਸਤੇ ਸਾਡੇ ਗੁਰੂਆਂ ਨੇ ਆਪਣੇ ਸੀਸ, ਆਪਣੇ ਪੁੱਤਰ ਤੱਕ ਵਾਰ ਦਿੱਤੇ। ਇਹਨੂੰ ਆਜ਼ਾਦ ਕਰਾਉਣ ਕਿੰਨੇ ਸਿੱਖਾਂ ਦਾ ਵਿੱਚ ਯੋਗਦਾਨ ਹੈ। ਸੋ ਮੈਂ ਸਮਝਦਾ ਇਸ ਧਰਤੀ 'ਤੇ ਸਾਡਾ ਹੱਕ ਹੈ। ਜਿੱਥੇ ਸਾਨੂੰ ਡਿਸਕ੍ਰਿਮੀਨੇਸ਼ਨ ਜਾਂ ਕਹਿ ਲਓ ਕੁਝ ਵੀ ਫੇਸ ਕਰਨਾ ਪੈਂਦਾ, ਉੱਥੇ ਅਸੀਂ ਆਪਣੇ ਹੱਕਾਂ ਲਈ ਲੜੀਏ। ਹਰ ਸਿੱਖ ਨੂੰ ਲੜਨਾ ਚਾਹੀਦਾ। ਪਰ ਜਿੱਥੇ ਗੱਲ ਹੁੰਦੀ ਹੈ ਵੱਖਰੀ ਸਟੇਟ ਦੀ, ਸੰਤ ਗਿਆਨੀ ਜਰਨੈਲ ਸਿੰਘ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਸਨ ਕਿ ਹੱਕਾਂ ਲਈ ਲੜਨਾ ਇੱਥੇ ਵਿੱਚ ਹੀ ਰਹਿ ਕੇ। ਪਰੰਤੂ ਜੇ ਸਾਨੂੰ ਵੱਖਰੀ ਸਟੇਟ ਮਿਲਦੀ ਹੈ ਤਾਂ ਉਹਦੇ ਨੂੰ ਵੀ ਕੋਈ ਨਾਂ ਨਹੀਂ ਹੈ। ਜੇ ਮਿਲਦੀ ਹੈ ਤਾਂ ਚੰਗੀ ਗੱਲ ਹੈ, ਪਰ ਮੈਂ ਕਹਿਣਾ ਚਾਹੁੰਦਾ ਕਿ ਇੱਥੇ ਰਹਿ ਕੇ ਆਪਣੇ ਹੱਕਾਂ ਲਈ ਹਰ ਸਿੱਖ ਨੂੰ ਲੜਨਾ ਚਾਹੀਦਾ। ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਵੇਂ ਬਹੁਤ ਯੂਥ ਨੂੰ ਜੋੜ ਰਹੇ ਨੇ, ਐਜ਼ ਸਿੱਖ ਹੋਣ ਦੇ ਨਾਤੇ ਮੈਂ ਉਹਨਾਂ ਤੋਂ ਇਹ ਉਮੀਦ ਕਰਦਾ ਕਿ ਉਹ ਸਿੱਖੀ ਦੇ ਹੱਕਾਂ 'ਤੇ ਗੱਲ ਚੁੱਕਣਗੇ, ਅਤੇ ਕੋਈ ਵੀ ਸਟੈਪ ਐਸਾ ਨਹੀਂ ਚੁੱਕਣਗੇ ਉਹ ਜਿਹਦੇ ਨਾਲ ਕੌਮ ਨੂੰ ਕਿਸੇ ਵੀ ਪ੍ਰਕਾਰ ਦਾ ਜਾਂ ਕੋਈ ਘਾਟਾ ਸਹਿਣਾ ਪਵੇ। ਉਹ ਜਿਹੜਾ ਐਸਾ ਕੋਈ ਕਾਰਜ ਕਰਨਗੇ ਜਿਹਦੇ ਨਾਲ ਕੋਈ ਆਊਟਕਮ ਨਿਕਲੇ, ਪੰਥ ਨੂੰ ਕੁਝ ਪ੍ਰਾਪਤੀ ਹੋਵੇ।
ਮੈਂ ਤੁਹਾਡੇ ਬਾਰੇ ਆਪਾਂ ਗੱਲ ਕਰੀਏ, ਤੁਹਾਡਾ ਜਿਹੜਾ ਸਿਨੈਰੀਓ ਸੀਗਾ ਉਹ ਕਾਫੀ ਡਿਫਰੈਂਟ ਸੀਗਾ। ਤੁਸੀਂ ਜਦੋਂ ਸਿੱਖੀ ਦੇ ਵਿੱਚ ਆਏ ਅਤੇ ਤੁਹਾਡੇ ਫੈਮਿਲੀ ਵਾਲਿਆਂ ਨੇ ਵੀ ਤੁਹਾਨੂੰ ਬਹੁਤ ਸਪੋਰਟ ਕੀਤਾ ਆਪ ਜੀ ਨੂੰ, ਅਤੇ ਫਰੈਂਡਸ ਵੀ ਤੁਹਾਡੇ ਬਹੁਤ ਸਪੋਰਟਿਵ ਸੀਗੇ ਇਸ ਚੀਜ਼ ਨੂੰ ਲੈ ਕੇ। ਪਰ ਮੋਸਟਲੀ ਜਦੋਂ ਆਪਾਂ ਦੇਖਦੇ ਹਾਂ, ਜਿੱਦਾਂ ਮੈਂ ਕਿਹਾ ਕਿ ਬਾਬਾ ਕਹਿੰਦੇ ਹੈ ਨਾ, ਅਤੇ ਕਈਆਂ ਵਾਰੀ ਆਪਾਂ ਦੇਖਦੇ ਹਾਂ ਜਿਹੜੇ ਮਾਂ ਪਿਓ ਡਰਦੇ ਹਾਂ ਕਿ ਉਹਨਾਂ ਦੇ ਬੱਚੇ ਜ਼ਿਆਦਾ ਸਿੱਖੀ 'ਚ ਨਾ ਪੈ ਜਾਣ, ਹੈ ਨਾ। ਸਾਇੰਟੀਫਿਕਲੀ ਵੀ ਕਿਹਾ ਜਾਂਦਾ ਵੀ ਇਹ ਜੋ ਤੁਸੀਂ ਕਰ ਰਹੇ ਹੋ ਨੌਜਵਾਨ ਜਿਹੜੇ ਨੇ ਉਹ ਮਤਲਬ ਇੱਕ ਤਾਂ ਦੋ ਸਿਚੁਏਸ਼ਨਸ ਮੈਂ ਯੂਜੂਅਲੀ ਦੇਖਦਾ ਵਾਂ। ਇੱਕ ਤਾਂ ਜਿਹੜੇ ਸਿੱਖ ਜੁੜਨਾ ਚਾਹੁੰਦੇ ਆ ਸਿੱਖੀ ਦੇ ਨਾਲ ਨੌਜਵਾਨ, ਉਹਨਾਂ ਦੇ ਮਾਂ ਪਿਓ ਰੋਕਦੇ ਆ, ਅਤੇ ਇੱਕ ਦੂਜਾ ਆਪਾਂ ਪੱਖ ਅਕਸਰ ਦੇਖਦੇ ਹਾਂ ਕਿ ਜਿੱਥੇ ਮਾਂ ਪਿਓ ਚਾਹੁੰਦੇ ਆ ਕਿ ਬਈ ਉਹਨਾਂ ਦਾ ਜਵਾਕ ਉਹਨੇ ਸਿੱਖੀ ਨਾਲ ਜੁੜਨ, ਪਰ ਉੱਥੇ ਉਹ ਜਿਹੜੇ ਅਕਸਰ ਨੇਚਰ ਦੇਖਦੇ ਹਾਂ ਆਪਾਂ ਨੌਜਵਾਨਾਂ ਦਾ, ਯੂਥ ਦਾ, ਉਹ ਲੌਜਿਕਸ ਦੇ ਨਾਲ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਬਈ ਆਹ ਚੀਜ਼ ਇੱਥੇ ਲੌਜਿਕ ਕੋਈ ਬਹਿੰਦਾ ਨਹੀਂ, ਵੀ ਮੈਂ ਕਿਸ ਨੂੰ ਕਿਉਂ ਮੰਨਾਂ ਜਿਹੜੀ ਚੀਜ਼ ਦਿਸਦੀ ਨਹੀਂ ਆ, ਹੈ ਨਾ, ਉਹਦੇ ਅੱਗੇ ਮੈਂ ਕਾਹਤੋਂ ਮਤਲਬ ਮੱਥਾ ਟੇਕਾ ਜਾਂ ਇਵੇਂ ਦੀਆਂ ਗੱਲਾਂ। ਇਸ ਦੋ ਸਿਚੁਏਸ਼ਨਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਜਿੱਥੇ ਮਾਂ ਪਿਓ ਰੋਕਦੇ ਨੇ ਅਤੇ ਇੱਕ ਉਧਰਲੀ ਸਾਈਡ ਆ ਜਿੱਥੇ ਕਿ ਜਿਹੜੇ ਨੌਜਵਾਨ ਉਹ ਆਪ ਨਹੀਂ ਜੁੜਨਾ ਚਾਹੁੰਦੇ, ਉਹ ਲੌਜਿਕਸ ਦੀ ਗੱਲਾਂ ਕਰਦੇ ਆ, ਉੱਥੇ ਇਹ ਦੋਵਾਂ ਸਿਚੁਏਸ਼ਨ ਨੂੰ ਆਪਾਂ ਕਿੱਦਾਂ ਹੈਂਡਲ ਕਰ ਸਕਦੇ? ਦੇਖੋ, ਮੈਂ ਜੋ ਸਮਝਦਾ ਕਿ ਜਿਹੜਾ ਲੌਜਿਕ ਆਪਾਂ ਕਹਿੰਦੇ ਹਾਂ, ਲੌਜਿਕ ਕਹਿ ਲਓ, ਸਾਇੰਸ ਕਹਿ ਲਓ, ਤਰਕ ਕਹਿ ਲਓ, ਇਹ ਹੋਣਾ ਮਾੜੀ ਗੱਲ ਨਹੀਂ, ਇਹ ਹੋਣਾ ਚਾਹੀਦਾ, ਹਰ ਸਿੱਖ ਦੇ ਅੰਦਰ ਹੋਣਾ ਚਾਹੀਦਾ ਤਾਂ ਕਿ ਉਹ ਵਿਚਾਰ ਸਕੇ, ਵਿਵੇਕ ਜਿਹਨੂੰ ਆਪਾਂ ਕਹਿੰਦੇ ਹਾਂ। ਪਰ ਇਹਦੀ ਇੱਕ ਸੀਮਾ ਹੈ, ਤਰਕ ਦੀ ਜੀ ਇੱਕ ਸੀਮਾ ਹੈ। ਜਦੋਂ ਇਹ ਸੀਮਾ ਤੋਂ ਬਾਹਰ ਹੋ ਜਾਂਦਾ ਨਾ, ਉਦੋਂ ਇਹ ਸਾਡੀ ਸ਼ਰਧਾ 'ਤੇ ਵਾਰ ਕਰਨ ਲੱਗ ਜਾਂਦਾ। ਜਦੋਂ ਤੱਕ ਤਰਕ ਸੀਮਾ ਦੇ ਅੰਦਰ ਰਹੇਗਾ, ਸਾਨੂੰ ਜੀਵਨ ਵਿੱਚ ਬੜਾ ਮਦਦ ਕਰੇਗਾ। ਪਰ ਅੱਜ ਜੋ ਮੈਂ ਕੀ ਦੇਖ ਰਿਹਾ, ਜਿਵੇਂ ਕਿ ਅੱਜ ਦਾ ਜਿਹੜਾ ਪ੍ਰਚਾਰ ਹੈ ਉਹ ਬੜਾ ਤਰਕਾਂ ਦੇ ਉੱਤੇ ਬੇਸਡ ਹੈ। ਮੈਂ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਤਰਕਾਂ ਦੀ ਰੇਸ ਵਿੱਚ ਇੰਨੀ ਅੱਗੇ ਲੰਘ ਗਏ, ਅਸੀਂ ਗੁਰੂ ਨੂੰ ਪਿੱਛੇ ਛੱਡ ਦਿੱਤਾ ਅਤੇ ਗੁਰੂ ਦੇ ਅੱਗੇ ਤਰਕ ਲਿਆ ਕੇ ਰੱਖ ਦਿੱਤਾ। ਉਹ ਤਰਕ ਸਾਡਾ ਸੀਮਾ ਤੋਂ ਬਾਹਰ ਹੋ ਗਿਆ, ਅਸੀਮਤ ਹੋ ਗਿਆ, ਅਤੇ ਜਿਹਦਾ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ 'ਤੇ ਕਿੰਤੂ, ਹਰ ਪ੍ਰਕਾਰ 'ਤੇ ਕਿੰਤੂ। ਖੈਰ ਇਹ ਆਪਾਂ ਅੱਗੇ ਡਿਸਕਸ ਕਰਾਂਗੇ। ਪਰ ਜਿਹੜਾ ਆਪ ਜੀ ਦਾ ਸਵਾਲ ਹੈ ਕਿ ਸਾਇੰਸ ਦੇ ਪੱਖੋਂ ਉਹ ਹਰ ਚੀਜ਼ ਨੂੰ ਮਤਲਬ ਪ੍ਰੂਵ ਕਰਨਾ ਚਾਹੁੰਦੇ ਨੇ ਕਿ ਇਸ ਚੀਜ਼ ਨੂੰ ਸਾਇੰਸ ਦੇ ਨਾਲ ਪ੍ਰੂਵ ਕਰਕੇ ਦੇਖੋ। ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਸਾਇੰਸ ਹੈ ਉਹਨੂੰ ਆਪਾਂ ਰੱਬ ਤੋਂ ਬਿਨਾਂ ਕਦੀ ਸਮਝ ਨਹੀਂ ਸਕਦੇ, ਜਿਹੜੀ ਨੇਚਰ ਹੈ। ਅਕਸਰ ਮੈਂ ਇੱਕ ਚੀਜ਼ ਦੇਖਦਾ ਵਾਂ ਨੌਜਵਾਨਾਂ ਦੇ ਵਿੱਚ, ਜਦੋਂ ਉਹਨਾਂ ਦੇ ਜਿਹੜੇ ਦੂਜੇ ਮਤ ਵਾਲੇ ਫਰੈਂਡਸ ਹੁੰਦੇ ਆ, ਉਹ ਪੁੱਛਦੇ ਆ ਵੀ ਤੁਸੀਂ ਕੇਸ਼ ਕਿਉਂ ਰੱਖਦੇ ਹੋ, ਅਤੇ ਉਸ ਚੀਜ਼ ਦਾ ਜਵਾਬ ਸਾਇੰਸ ਦੇ ਨਾਲ ਦਿੰਦੇ ਆ, ਬਈ ਇਹਦੇ ਨਾਲ ਸਪਿਰਿਚੁਅਲ ਪਾਵਰ ਜੁੜਦੀਆਂ, ਮਤਲਬ ਇਹਦੇ ਅੰਦਰ ਪ੍ਰੋਟੀਨਸ, ਕੈਰੋਟਿਨਸ ਹੁੰਦੇ ਆ ਜਿਹੜੇ ਕਿ ਬਈ ਮੈਡੀਟੇਸ਼ਨ ਨੂੰ ਸਪੋਰਟ ਕਰਦੇ ਆ। ਉਹ ਮਤਲਬ ਚਾਹੁੰਦੇ ਆ ਕਿ ਵੀ ਆਪਾਂ ਅੱਗੇ ਗਾੜੀ ਲੋਕਾਂ ਨੂੰ, ਆਪਣੇ ਫਰੈਂਡਸ ਨੂੰ ਕੋਈ ਜਵਾਬ ਦੇ ਸਕਣ। ਪਰ ਤੁਹਾਨੂੰ ਲੱਗਦਾ ਕਿ ਤੁਸੀਂ ਜਾਂ ਸ਼ੁਰੂ ਤੋਂ ਹੀ ਦੱਸਿਆ ਪ੍ਰੇਮ ਦੀ ਖੇਡ ਆ, ਅਤੇ ਲੌਜਿਕਸ ਦੇ ਨਾਲ ਆਪਾਂ ਕਿੱਦਾਂ ਸੈਟਿਸਫਾਈ ਕਰੀਏ? ਪ੍ਰੇਮ ਦੀ ਖੇਡ ਆ, ਅਤੇ ਆਪਣੇ ਨੌਜਵਾਨਾਂ ਦੇ ਵਿੱਚ ਪ੍ਰੇਮ ਕਿੱਦਾਂ ਡਿਵੈਲਪ ਕੀਤਾ ਜਾ ਸਕਦਾ? ਜਿਹੜਾ ਆਪਾਂ ਲੌਜਿਕਸ ਦੀ ਗੱਲ ਚੱਲ ਰਹੀ ਸੀ, ਮੈਂ ਪਹਿਲਾਂ ਉਹਨੂੰ ਪੂਰਾ ਕਰਦੇ ਹਾਂ। ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਇੰਸ ਨਾਲ ਪ੍ਰੂਵ ਕਰਕੇ ਦਿਖਾਓ। ਜਿਹੜੀ ਸਾਇੰਸ ਹੈ ਇਹਨੂੰ ਮੈਂ ਜਿਵੇਂ ਪਹਿਲਾਂ ਕਿਹਾ ਵੀ ਜੇ ਰੱਬ ਨੂੰ ਆਪਾਂ ਸਾਇੰਸ 'ਚੋਂ ਕੱਢ ਦਿਆਂਗੇ ਅਤੇ ਸਾਇੰਸ ਕੀ ਹੈ? ਨੇਚਰ ਦੀ ਸਟੱਡੀ ਹੈ। ਸਾਇੰਸ ਜਦੋਂ ਤੋਂ ਚੱਲਿਆ ਹੁਣ ਤੱਕ ਨੇਚਰ, ਕੁਦਰਤ ਦੀ ਸਟੱਡੀ ਕਰਦੀ ਜਾ ਰਹੀ। ਮਹਾਰਾਜ ਦੀ ਬਾਣੀ ਕਹਿੰਦੀ ਹੈ ਬਲਿਹਾਰੀ ਕੁਦਰਤ ਵਸਿਆ। ਸਾਇੰਸ ਕੀ ਕਰਦੀ ਹੈ? ਉਸ ਕੁਦਰਤ ਵਿੱਚੋਂ ਉਸ ਕਰਤੇ ਨੂੰ ਕੱਢ ਕੇ, ਕੁਦਰਤ ਵਿੱਚੋਂ ਕਾਦਰ ਨੂੰ ਕੱਢ ਕੇ ਅਤੇ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਨਤੀਜਾ ਕੀ ਹੁੰਦਾ ਹੈ? ਜੋ ਸਾਇੰਸ ਕਿਸੇ ਫੈਸਲੇ 'ਤੇ ਹੁੰਦੀ ਹੈ, ਕੋਈ ਥਿਊਰੀ ਕੱਢਦੀ ਹੈ, ਕੁਝ ਸਾਲ ਬਾਅਦ ਉਹ ਉਸੇ ਥਿਊਰੀ ਨੂੰ ਕਹਿੰਦੀ ਹੈ ਕਿ ਉਹ ਗਲਤ ਸੀ ਅਤੇ ਹੁਣ ਸਹੀ ਹੈ। ਜਿਵੇਂ ਡਾਲਟਨ ਨੇ ਐਟੋਮਿਕ ਥਿਊਰੀ ਪ੍ਰਪੋਜ਼ ਕੀਤੀ, ਉਸ ਤੋਂ ਬਾਅਦ ਕੋਈ ਆਏ, ਥੋਮਸਨ ਆਏ, ਉਹਨਾਂ ਨੇ ਕਿਹਾ ਵੀ ਡਾਲਟਨ ਦੀ ਗਲਤ ਸੀ, ਆ ਸਹੀ ਹੈ। ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਤੁਸੀਂ ਦੇਖੋ, ਸਾਇੰਸ ਨੇ ਜੋ ਵੀ ਫੈਸਲਾ ਦਿੱਤਾ ਉਹ ਕੁਝ ਸਾਲ ਬਾਅਦ ਆ ਕੇ ਕਹਿੰਦੀ ਹੈ ਉਹ ਗਲਤ ਸੀ। ਕਾਰਨ ਸਿਰਫ ਇੱਕੋ ਹੈ ਕਿ ਅਸੀਂ ਕੁਦਰਤ ਨੂੰ ਬਿਨਾਂ ਕਾਦਰ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਅਸੀਂ ਵਿੱਚ ਕਾਦਰ ਪਾਵਾਂਗੇ ਅਤੇ ਸਾਰਾ ਕੁਝ ਬੜਾ ਸੁਖਾਵਾਂ ਹੋ ਜਾਏਗਾ, ਸਾਨੂੰ ਸਮਝ ਵਿੱਚ ਆ ਜਾਏਗਾ। ਅਸੀਂ ਬਿਨਾਂ ਉਸ ਸੁਪਰੀਮ ਪਾਵਰ ਤੋਂ ਕੁਦਰਤ ਨੂੰ ਨਹੀਂ ਸਮਝ ਸਕਦੇ। ਜੋ ਅੱਜ ਸਾਇੰਸ ਕਹਿ ਰਹੀ ਹੈ, ਜੇ ਸਾਇੰਸ ਦੇ ਬੇਸ 'ਤੇ ਆਪਾਂ ਕਹਿੰਦੇ ਹਾਂ ਨਾ ਸਾਨੂੰ ਗੁਰਮਤ ਸਮਝਾ ਕੇ ਦਿਖਾਓ, ਜਿਸ ਸਾਇੰਸ 'ਤੇ ਮੈਂ ਦਾਅਵੇ ਨਾਲ ਕਹਿਣਾ ਕੁਝ ਸਾਲਾਂ ਬਾਅਦ ਇਹੀ ਸਾਇੰਸ ਕਹੇਗੀ ਕਿ ਜੋ ਅੱਜ ਕਹਿ ਰਹੇ ਸਾਂ ਉਹ ਗਲਤ ਹੈ। ਸੋ ਇਸ ਕਰਕੇ ਇਹ ਕੋਈ ਲੌਜਿਕ ਨਹੀਂ ਬਣਦਾ, ਕਿਉਂਕਿ ਸਾਇੰਸ ਕਦੇ ਵੀ ਆਪਣੇ ਆਪ ਨੂੰ ਸਹੀ ਸਿੱਧ ਨਹੀਂ ਕਰ ਪਾਈ। ਉਹ ਕੁਝ ਸਾਲ ਹੁੰਦਾ ਉਹ ਕਹਿੰਦੀ ਹੈ ਗਲਤ ਹੈ। ਸੋ ਲੌਜਿਕ ਦੇ ਨਾਲ ਅਸੀਂ ਰੱਬ ਨੂੰ ਕਦੀ ਡਿਫਾਈਨ ਕਰ ਹੀ ਨਹੀਂ ਸਕਦੇ ਜੀ। ਜੇ ਆਪਾਂ ਲੌਜਿਕ ਦੇ ਨਾਲ ਰੱਬ ਨੂੰ ਡਿਫਾਈਨ ਨਹੀਂ ਕਰ ਸਕਦੇ, ਪਰ ਮੈਂ ਤੁਹਾਡੇ ਨਾਲ, ਕਿਉਂਕਿ ਮੈਂ ਚਾਹੁੰਦਾ ਆਪਣਾ ਮੇਨ ਫੋਕਸ ਯੂਥ 'ਤੇ ਰਹੇ, ਹੈ ਨਾ,
ਕਿਉਂਕਿ ਤੁਸੀਂ ਯੂਥ ਦੇ ਵਿੱਚ ਵਿਚਰਦੇ ਹੋਣੇ ਹੈ ਨਾ, ਤੁਹਾਡੀ ਕਲਾਸਮੇਟ ਫਰੈਂਡ ਸਰਕਲ ਸਾਰਾ ਉਵੇਂ ਦਾ ਵਾ। ਮੇਰਾ ਤੁਹਾਡੇ ਤੋਂ ਇੱਕ ਸਵਾਲ ਆ ਕਿ ਇਸ ਵੇਲੇ ਜਿੰਨੇ ਵੀ ਵਿਊਅਰ ਸਾਡੇ ਦੇਖਦੇ ਪਏ ਨੇ ਸਾਡੇ ਮਤਲਬ ਤੁਹਾਡੇ ਨਾਲ ਗੱਲਬਾਤ ਨੂੰ, ਉਹਦੇ 'ਚ ਜਿੰਨੇ ਵੀ ਯੂਥ ਆ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਵਾ ਕਿ ਵੀ ਸਿੱਖੀ ਨਾਲ ਜੇ ਆਪਾਂ ਜੁੜਨਾ ਚਾਹੁੰਦੇ ਹਾਂ ਜਾਂ ਜੁੜੇ ਵੀ ਹੋਏ ਹਾਂ ਅਤੇ ਆਪਾਂ ਹੋਰ ਸਟਰੋਂਗ ਹੋਣਾ ਚਾਹੁੰਦੇ ਹਾਂ, ਆਪਾਂ ਗੁਰੂ ਸਾਹਿਬ ਦੇ ਨਾਲ ਜੁੜਨਾ ਚਾਹੁੰਦੇ ਹਾਂ, ਅਤੇ ਕੀ ਤੁਹਾਡੇ ਵਿਚਾਰਧਾਰਾ ਆ ਕਿ ਆਪਾਂ ਕਿਵੇਂ ਜੁੜ ਸਕਦੇ ਨੇ? ਦੇਖੋ, ਯੂਥ ਨੂੰ ਜੀ ਮੈਂ ਬੜੇ ਨੇੜੇ ਹੋ ਕੇ ਵੇਖਿਆ। ਯੂਥ ਨੂੰ ਕੁਝ ਕਹਿਣ ਤੋਂ ਪਹਿਲਾਂ ਮੈਂ ਆਪਣੇ ਪ੍ਰਚਾਰਕਾਂ ਨੂੰ ਕਹਿਣਾ ਚਾਹਾਂਗਾ, ਕਿਉਂਕਿ ਯੂਥ ਜੁੜਨ ਲਈ ਬਹੁਤ ਤਿਆਰ ਖੜੀ ਹੈ। ਜਿਵੇਂ ਮੈਂ ਕਿਹਾ, ਜਿਹੜਾ ਪ੍ਰੇਮ ਦਾ ਬੂਹਾ ਸਿੱਖੀ ਦੇ ਘਰ ਦਾ, ਉਹ ਬੰਦ ਕੀਤਾ ਹੋਇਆ। ਬਹੁਤ ਘਰ ਵਾਪਸ ਕਰਨਾ ਚਾਹੁੰਦੇ ਆ, ਪਰ ਬੂਹਾ ਵੇਖ ਕੇ ਵਾਪਸ ਪਰਤ ਜਾਂਦੇ ਨੇ। ਉਹਨਾਂ ਨੂੰ ਅੱਗੇ ਕੋਈ ਗੱਲ ਨਾ ਲਾਉਣ ਵਾਲਾ ਨਹੀਂ ਹੈ। ਇੱਥੋਂ ਤੱਕ ਕਿ ਜਿਹੜੇ ਆਪਣੇ ਸਹਿਜਧਾਰੀ ਸਿੰਘ ਨੇ, ਉਹ ਗੁਰੂ ਘਰ ਆਉਣ ਤੋਂ ਵੀ ਡਰ ਜਾਂਦੇ ਨੇ। ਆਪਾਂ ਪ੍ਰੇਮ ਦਾ ਪ੍ਰਚਾਰ ਕਰੀਏ, ਉਹਨਾਂ ਨੂੰ ਹੌਲੀ ਹੌਲੀ ਨੇੜਤਾ ਵਧਾਈਏ ਗੁਰੂ ਦੇ ਨਾਲ। ਅਤੇ ਉਸ ਤੋਂ ਬਾਅਦ ਮੈਂ ਆਪਣੇ ਯੂਥ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਆਪਣੇ ਘਰ ਵੱਲ ਆਪਾਂ ਮੁੜੀਏ, ਕਿਉਂਕਿ ਸਿੱਖੀ ਦਾ ਪ੍ਰਚਾਰ ਆਪਾਂ ਵਿਸ਼ਵ ਵਿੱਚ ਕਰੀਏ। ਜਿੱਥੇ ਵੀ ਹਾਂ, ਆਪਣਾ ਊੜਾ ਅਤੇ ਜੂੜਾ, ਆਪਣੀ ਮਾਂ ਬੋਲੀ, ਆਪਣਾ ਵਿਰਸਾ, ਆਪਣਾ ਪੰਥ ਅਤੇ ਆਪਣੀ ਮਰਿਆਦਾ, ਇਹਨੂੰ ਆਪਾਂ ਕਦੀ ਨਾ ਵਿਸਾਰੀਏ। ਅਤੇ ਇੱਕ ਮੇਰਾ ਤੁਹਾਡੇ ਤੋਂ ਫਾਈਨਲ ਕੁਐਸ਼ਨ ਆ, ਹੈ ਨਾ। ਹੁਣ ਤੁਸੀਂ ਅੱਗੇ ਮਤਲਬ ਸ਼ਾਇਦ ਤੁਸੀਂ ਕਥਾਵਾਚਕ ਹੀ ਬਣਨਾ ਚਾਹੁੰਦੇ ਆਪਣੇ, ਤੁਹਾਡਾ ਮਤਲਬ ਲਾਈਫ ਦਾ ਜਿਹੜਾ ਕੈਰੀਅਰ ਆਪਾਂ ਕਹਿ ਸਕਦੇ ਹਾਂ, ਹੈ ਨਾ। ਅਤੇ ਤੁਸੀਂ ਕੀ ਕੁਝ ਉਪਰਾਲੇ ਸੋਚਿਆ ਕਿ ਜੇਕਰ ਮੈਂ ਅੱਗੇ ਗਾੜੀ ਪਰ ਕਥਾਵਾਚਕ ਬਣਾਂਗਾ, ਹੈ ਨਾ, ਅਤੇ ਮੈਂ ਕਿੱਦਾਂ ਆਪਣਾ ਇੱਕ ਤਰੀਕਾ ਲੈ ਕੇ ਆਵਾਂਗਾ? ਦੇਖੋ, ਹੁਣ ਜਿਹੜੇ ਤੁਸੀਂ ਵਰਡ ਕਿਹਾ ਕੈਰੀਅਰ, ਸਭ ਤੋਂ ਵੱਡੀ ਪ੍ਰੋਬਲਮ ਹੈ ਅਸੀਂ ਇਹਨੂੰ ਕੈਰੀਅਰ ਬਣਾਤਾ। ਇਹ ਕੈਰੀਅਰ ਨਹੀਂ ਸੀ, ਇਹ ਸੇਵਾ ਸੀ ਪੰਥ ਦੀ। ਇਹਨੂੰ ਜਦੋਂ ਆਪਾਂ ਕੈਰੀਅਰ ਬਣਾ ਦਿੰਦੇ ਹਾਂ, ਉਹ ਵਪਾਰ ਹੋ ਗਿਆ। ਉਹ ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਤਪੇ ਦਾ, ਉਹਨੂੰ ਜਿੱਥੇ ਬਹੁਤੀ ਮਾਇਆ ਦਿੰਦੇ ਸੀ ਉਹ ਜਾਂਦਾ ਸੀ, ਜਿੱਥੇ ਥੋੜ੍ਹੀ ਦਿੰਦੇ ਸੀ ਉੱਥੇ ਨਹੀਂ ਸੀ ਜਾਂਦਾ। ਮਾੜੇ ਬੰਦੇ ਨੂੰ ਬੁਲਾ ਕੇ ਨਹੀਂ ਸੀ ਰਾਜੀ, ਅਤੇ ਵੱਡਿਆਂ ਨੂੰ ਅੰਦਰ ਭਾਵਾ ਭੋਜਨ ਛਕਾਉਂਦਾ ਸੀ। ਸੋ ਜਦੋਂ ਇਹ ਕੈਰੀਅਰ ਬਣ ਜਾਂਦਾ ਨਾ, ਉਦੋਂ ਜਿਹੜਾ ਪ੍ਰਚਾਰਕ ਹੈ, ਜਦੋਂ ਇਹਨੂੰ ਕੈਰੀਅਰ ਵਿੰਦਾ, ਉਦੋਂ ਦੇਖਦਾ ਹੈ ਕਿ ਉਦੋਂ ਭੇਟਾ ਦੇਖਣ ਲੱਗ ਜਾਂਦਾ, ਉਹ ਸ਼ਰਧਾ ਨਹੀਂ ਦੇਖਦਾ। ਜਦੋਂ ਸੇਵਾ ਕਰਦਾ, ਉਦੋਂ ਸ਼ਰਧਾ ਵੇਖਦਾ। ਜਦੋਂ ਕੈਰੀਅਰ ਬਣ ਜਾਂਦਾ, ਉਦੋਂ ਮਾੜੇ ਬੰਦੇ ਨੂੰ ਫਤਿਹ ਬੁਲਾ ਕੇ ਵੀ ਰਾਜੀ ਨਹੀਂ ਹੁੰਦਾ। ਇਹ ਸੱਚਾਈ ਆਪਾਂ ਸਾਰਿਆਂ ਨੂੰ ਪਤਾ ਹੈ। ਸੋ ਇਹ ਜਿਹੜਾ ਕੈਰੀਅਰ ਹੈ, ਆਪਾਂ ਇਹਨੂੰ ਕੈਰੀਅਰ ਨਾ ਹੀ ਬਣਾਈਏ ਅਤੇ ਸੇਵਾ ਕੰਟੀਨਿਊ ਕਰੀਏ। ਬਿਲਕੁਲ, ਸੇਵਾ ਦੀ ਗੱਲ ਤੁਸੀਂ ਕਹੀ ਆ, ਪਰ ਆਪਾਂ ਕਿੰਨੀ ਵਾਰੀ ਦੇਖਦੇ ਜਿਹੜੇ ਹਾਲ ਦੀ ਘੜੀ ਦੇ ਵਿੱਚ ਆਪਣੇ ਗ੍ਰੰਥੀ ਸਿੰਘ ਨੇ, ਉਹਨਾਂ ਦੀ ਜਿਹੜੀ ਕੰਡੀਸ਼ਨ ਆ, ਉਹਨਾਂ ਦੀ ਕੰਡੀਸ਼ਨ ਕਰੰਟ ਸਿਚੁਏਸ਼ਨ ਨੂੰ ਦੇਖ ਕੇ ਮਾਂ ਪਿਓ ਡਰਦੇ ਨੇ ਕਿ ਬਈ ਇਹੋ ਜਿਹੀ ਸਿਚੁਏਸ਼ਨ ਆਪਣੇ ਜਵਾਕ ਦੀ ਨਾ ਹੋ ਜਾਵੇ। ਅਤੇ ਉਹਦੇ ਲਈ ਤੁਹਾਨੂੰ ਕੀ ਲੱਗਦਾ ਕੀ ਕੀਤਾ ਜਾ ਸਕਦਾ ਵਾ ਵੀ ਜਿਹੜੇ ਆਪਣੇ ਦਾਢੀ ਵਾਰੀ ਬਣਨਾ ਨਾ, ਕੀਰਤਨੀ ਬਣਨ, ਪਰ ਉਹਨਾਂ ਦੀ ਮਤਲਬ ਦੁਨਿਆਵੀ ਪੱਖ ਤੋਂ ਵੀ ਉਹ ਵੀਕ ਨਾ ਪੈਣ? ਕਿੱਦਾਂ ਕੀ ਕੀਤਾ ਜਾ ਸਕਦਾ? ਇਸ ਗੱਲ ਦੇ ਉੱਤੇ ਅੱਜ ਤੋਂ ਕਾਫੀ ਸਾਲ ਪਹਿਲਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਸੀ ਅਮਰ ਲੇਖ, ਜਿਹਦੇ ਵਿੱਚ ਇੱਕ ਚੈਪਟਰ ਹੈ ਭਾਈ ਜੀ। ਉਹਦੇ ਵਿੱਚ ਉਹਨਾਂ ਲਿਖਿਆ ਕਿ ਜਿਹੜਾ ਭਾਈ ਸ਼ਬਦ ਹੈ ਬੜਾ ਪਿਆਰਾ ਹੈ। ਭਾਈ ਸ਼ਬਦ ਦੀ ਗੁਰੂ ਨਾਲ ਬਹੁਤ ਨੇੜਤਾ ਹੈ। ਭਾਈ ਮਰਦਾਨਾ, ਭਾਈ ਬਾਲਾ ਜੀ, ਭਾਈ ਤਾਰੂ ਸਿੰਘ ਜੀ, ਕਿੰਨੇ ਗੁਰੂ ਕਾਲ ਤੋਂ ਹੋਏ, ਗੁਰੂ ਨਾਲ ਕਿੰਨੀ ਨੇੜਤਾ। ਪਰ ਅੱਜ ਅਸੀਂ ਭਾਈ ਨੂੰ ਜਿੱਥੇ ਲਿਆ ਕੇ ਖੜ੍ਹਾ ਕਰ ਦਿੱਤਾ, ਅੱਜ ਦੇ ਜਿਹੜੇ ਭਾਈ ਸਾਹਿਬ ਨੇ, ਉਹ ਹੱਥ ਵਿੱਚ ਡੋਲੂ ਹੈ, ਦੂਜੇ ਹੱਥ ਵਿੱਚ ਚੰਗੇਰ ਹੈ, ਲੱਗੇ ਆ ਰਹੇ ਨੇ, ਘਰ ਦੇ ਬੂਹੇ ਅੱਗੇ ਵਾਜਾ ਦਿੱਤਾ ਹੈ ਸਤਨਾਮ ਜੀ, ਅਤੇ ਅੱਗੋਂ ਕੋਈ ਮਾਈ ਕਹਿੰਦੀ ਹੈ ਬਾਬਾ ਆ ਗਿਆ, ਅਤੇ ਕਹਿੰਦੀ ਹੈ ਕੁੜੀਏ ਬਈ ਉਹ ਬਾਬੇ ਦੇ ਪ੍ਰਸ਼ਾਦੇ ਪਏ ਨੇ ਅਤੇ ਚੁੱਕ ਕੇ ਇਹਦੀ ਚੰਗੇਰ ਵਿੱਚ ਰੱਖ ਦੇ। ਉਹਦੇ ਵਿੱਚ ਉਹ ਦੱਸਦੇ ਨੇ ਕਿ ਕਿੱਥੋਂ ਭਾਈ ਤੁਰਿਆ, ਕਿੰਨੀ ਗੁਰੂ ਨਾਲ ਨੇੜਤਾ, ਅਤੇ ਕਿੱਥੇ ਲਿਆ ਕੇ ਆਪਾਂ ਭਾਈ ਸ਼ਬਦ ਨੂੰ ਖੜ੍ਹਾ ਕਰ ਦਿੱਤਾ। ਸੋ ਇਹ ਸੰਭਾਲਣ ਦੀ ਇਹ ਜਿਹੜਾ ਖਿੱਤਾ ਹੈ ਗ੍ਰੰਥੀ ਸਿੰਘਾਂ ਦਾ, ਰਾਗੀਆਂ ਦਾ, ਇਹਨਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਅੱਜ ਗ੍ਰੰਥੀ ਦਾ ਬੱਚਾ ਗ੍ਰੰਥੀ ਕਿਵੇਂ ਬਣ ਜਾਏਗਾ? ਉਹਨੇ ਦੇਖਿਆ ਵੀ ਸਾਰੀ ਉਮਰ ਮੇਰੇ ਪਿਓ ਦਾ ਕੀ ਹਾਲ ਹੋਇਆ, ਸਾਰੀ ਉਮਰ ਮੇਰੇ ਪਿਓ ਦਾ ਪੱਕਾ ਘਰ ਨਹੀਂ ਬਣ ਸਕਿਆ। ਸੋ ਇਸ ਕਰਕੇ ਮੈਂ ਸਮਝਦਾ ਇਹ ਪੰਥ ਨੂੰ ਇਹ ਮੁੱਦਿਆਂ 'ਤੇ ਵਿਚਾਰ ਕਰਨੀ ਚਾਹੀਦੀ ਹੈ ਜੀ। ਅਤੇ ਇੱਕ ਮੈਂ ਤੁਹਾਡੇ 'ਚ ਨੋਟਿਸ ਕੀਤੀ ਹੈ ਕਿ ਤੁਸੀਂ ਕਹਿੰਦੇ ਹੋ ਤੁਹਾਡੀ ਅਕੈਡਮਿਕਸ ਵੀ ਬਹੁਤ ਅੱਛੇ ਹੋ, ਤੁਸੀਂ ਪੜ੍ਹਾਈ ਦੇ ਵਿੱਚ ਵੀ ਵਧੀਆ ਹੋ, ਅਤੇ ਨਾਲ ਦੇ ਨਾਲ ਤੁਸੀਂ ਗੁਰਸਿੱਖੀ ਦੇ ਨਾਲ ਵੀ ਜੁੜੇ ਹੋਏ ਹੋ। ਹੁਣ ਮੈਂ ਅਖੀਰ ਦੇ ਵਿੱਚ ਤੁਹਾਡੇ ਤੋਂ ਇਹ ਸਵਾਲ ਕਰਨਾ ਚਾਹੁੰਦਾ ਕਿ ਜਿਹੜਾ ਆਪਣਾ ਨੌਜਵਾਨ ਇਸ ਸ਼ੋਅ ਨੂੰ ਤੁਹਾਡੇ ਨਾਲ ਦੇਖ ਰਿਹਾ, ਤੁਹਾਡੀ ਗੱਲਬਾਤ ਨੂੰ, ਗੁਰਮਤਿ ਵਿੱਦਿਆ ਨੂੰ ਸਾਂਝੀ ਕਰ ਰਿਹਾ, ਉਹ ਮਤਲਬ ਆਪਣੀ ਗੁਰਸਿੱਖੀ ਲਾਈਫ ਨੂੰ ਅਤੇ ਆਪਣੇ ਕੈਰੀਅਰ ਨੂੰ, ਆਪਣੇ ਕੰਮਕਾਰ ਨੂੰ ਨਾਲ ਦੇ ਨਾਲ ਕਿੱਦਾਂ ਲੈ ਕੇ ਜਾ ਸਕਦਾ, ਹੈ ਨਾ, ਕਿ ਉਹ ਦੋਵਾਂ ਦਾ ਬੈਲੈਂਸ ਬਣਾ ਰਹੇ? ਦੇਖੋ, ਜਿਹੜੀ ਸਿੱਖੀ ਹੈ ਜੀ,
ਇਹਦਾ ਵਿਲੱਖਣਤਾ ਹੀ ਇਹ ਹੈ। ਇਹ ਸਿੱਖੀ ਇਹ ਨਹੀਂ ਕਹਿੰਦੀ ਘਰ ਛੱਡੋ, ਸਿੱਖੀ ਨਹੀਂ ਕਹਿੰਦੀ ਪਰਿਵਾਰ ਛੱਡੋ, ਸਿੱਖੀ ਨਹੀਂ ਕਹਿੰਦੀ ਗ੍ਰਸਤੀ ਆਪਣੀ ਜ਼ਿੰਮੇਵਾਰੀਆਂ ਤੋਂ ਭੱਜੋ। ਇਹਦੇ ਵਿੱਚ ਰਹਿ ਕੇ ਆਪਾਂ ਨੇ ਪਰਮਾਤਮਾ ਨਾਲ ਜਿਹੜੀ ਸੁਰਤ ਹੈ ਉਹ ਜੋੜੀ ਰੱਖਣੀ ਹੈ। ਜਿਵੇਂ ਇੱਕ ਉਦਾਹਰਣ ਮੈਂ ਦਿੰਦਾ ਹੁੰਦਾ ਕਿ ਇੱਕ ਕੋਲੇ ਦੀ ਖਾਣ ਹੈ ਜੀ, ਚਿੱਟੇ ਵਸਤਰ ਨੇ ਅਤੇ ਬਿਨਾਂ ਦਾਗ ਲੱਗੇ ਵਿੱਚੋਂ ਲੰਘਣਾ, ਇਹ ਸਿੱਖੀ ਹੈ। ਸੋ ਜਿਹੜਾ ਬਿਨਾਂ ਦਾਗ ਲੱਗੇ 'ਚੋਂ ਲੰਘ ਗਿਆ, ਮੈਂ ਉਹਨੂੰ ਹੀ ਸਿੱਖ ਮੰਨਦਾ। ਸੋ ਇਹ ਜਿਹੜਾ ਤਾਲਮੇਲ ਹੈ ਇਹੀ ਸਿੱਖੀ ਹੈ। ਆਪਾਂ ਗ੍ਰਸਤ ਦੇ ਨਾਲ ਨਾਲ ਜਿੰਨਾ ਵੀ ਸਮਾਂ ਮਿਲਦਾ ਹੈ ਉਹ ਆਪਾਂ ਪਰਮਾਤਮਾ ਲਈ ਜ਼ਰੂਰ ਕੱਢਣਾ। ਇਹ ਨਾ ਹੋਵੇ ਮਹਾਰਾਜ ਨੇ ਜੇ ਆਪਾਂ ਨੂੰ ਸੰਸਾਰ ਛੱਡਣ ਲਈ ਨਹੀਂ ਕਿਹਾ ਤਾਂ ਆਪਾਂ ਸੰਸਾਰ ਦੇ ਵਿੱਚ ਇੰਨੇ ਵੀ ਵਿਲੁਪਤ ਨਾ ਹੋ ਜਾਈਏ ਕਿ ਸਾਨੂੰ ਪਰਮਾਤਮਾ ਵਿਸਰ ਜਾਏ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਜਿਵੇਂ ਜਲ ਵਿੱਚ ਹੈ ਕਮਲ ਹੈ, ਹੁੰਦਾ ਜਲ ਦੇ ਅੰਦਰ ਹੈ, ਪਰ ਉਹਦੇ ਜਿਹੜਾ ਪੱਤਾ ਉਹਨੂੰ ਪਾਣੀ ਟੱਚ ਨਹੀਂ ਕਰ ਪਾਉਂਦਾ। ਇਸੇ ਤਰ੍ਹਾਂ ਸਿੱਖ ਹੈ, ਸੰਸਾਰ ਦੇ ਵਿੱਚ ਹੈ ਪਰ ਇਹਦੇ ਜਿਹੜੇ ਵਿਸ਼ੇ ਵਿਕਾਰ ਨੇ, ਅੱਜ ਸੰਸਾਰ ਅੱਗ ਵਿੱਚ ਬਲ ਰਿਹਾ ਪਰ ਉਸ ਗੁਰਸਿੱਖ ਤੱਕ ਉਹ ਸੇਕ ਜਿਹੜਾ ਉਹ ਨਹੀਂ ਪੜਦਾ। ਇਹਨੂੰ ਮੈਂ ਸਿੱਖੀ ਸਮਝਦਾ ਜੀ। ਆਪਾਂ ਸਿੱਖੀ ਦੀ ਗੱਲ ਕੀਤੀ ਆ, ਹੈ ਨਾ, ਕਿ ਆਪਾਂ ਸਿੱਖੀ 'ਚ ਕਿੱਦਾਂ ਲੈ ਕੇ ਆਈਏ ਨੌਜਵਾਨ ਨੂੰ, ਜਾਂ ਕਿੱਦਾਂ ਜੋੜਨ ਜਿਹੜੇ ਟੁੱਟ ਗਏ ਨੇ, ਜਿਹੜੇ ਖੁਆਰ ਹੋ ਗਏ ਨੇ। ਪਰ ਜਿਹੜੇ ਸਿੱਖੀ 'ਚ ਆ ਚੁੱਕੇ ਨੇ, ਜਿਹੜੇ ਸਿੰਘ ਸੱਜ ਜਾਂਦੇ ਆ, ਜਿਹੜੇ ਸਿੰਘ ਸਿੰਘਣੀਆਂ, ਉਹਨਾਂ ਦੇ ਬਾਅਦ ਇੱਕ ਆਪਾਂ ਦੇਖਦੇ ਹਾਂ ਕਿ ਉਹਦੇ ਬਾਅਦ ਉਹਨਾਂ ਦੀ ਸਟੋਰੀ 'ਤੇ ਆਪਾਂ ਫੁੱਲ ਸਟੋਪ ਲਾ ਦਿੰਦੇ ਹਾਂ ਕਿ ਹੁਣ ਤਾਂ ਇਹ ਗੁਰਸਿੱਖ ਬਣ ਗਿਆ। ਅਤੇ ਫਿਰ ਆਉਂਦੇ ਆ ਜਿਹੜੇ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਗਾਈਡ ਕਰਦੇ ਆ। ਕੋਈ ਕਹਿੰਦਾ ਵੀ ਤੂੰ ਆਹ ਵਾਲੀ ਰਹਿਤ ਮਰਿਆਦਾ ਫੋਲੋ ਕਰਨੀ ਆ, ਨਹੀਂ ਰਹਿਤ ਆਹ ਹੁੰਦੀ ਆ, ਉਹ ਕਿਹਨੇ ਦੱਸੇ ਗਲਤ ਆ। ਈਵਨ ਨਿਤਨੇਮ ਦੇ ਤਰੀਕੇ, ਹੈ ਨਾ, ਗੁਟਕਾ ਸਾਹਿਬ ਇਸ ਵਾਲੇ ਤੋਂ ਨਿਤਨੇਮ ਕਰਨਾ, ਉਸ ਵਾਲੇ ਤੋਂ ਨਿਤਨੇਮ ਕਰਨਾ, ਮੂਲ ਮੰਤਰ ਬਈ ਤੁਸੀਂ ਇੱਥੇ ਤੱਕ ਕਰਨਾ, ਨਹੀਂ ਉੱਥੇ ਤੱਕ ਕਰਨਾ। ਇਹ ਬਹੁਤ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਆਪਣੇ ਜਿਹੜੇ ਨਵੇਂ ਸਿੰਘ ਸੱਜਦੇ ਆ ਜਾਂ ਸਿੰਘਣੀਆਂ ਸੱਜਦੀਆਂ, ਉਹਨਾਂ ਨੂੰ ਕਨਫਿਊਜ਼ਨ ਦੇ ਵਿੱਚ ਲਾ ਕੇ ਰੱਖ ਦਿੰਦੇ ਆ। ਅਤੇ ਤੁਹਾਨੂੰ ਕੀ ਲੱਗਦਾ ਕਿ ਉਹ ਵਿਚਾਰੇ ਜਿਹੜੇ ਕਨਫਿਊਜ਼ਡ ਨੇ ਉਹ ਕਿੱਥੇ ਆਸਰਾ ਲੈਣ, ਕਿਹਦੇ 'ਤੇ ਟਰਸਟ ਕਰਨ? ਜੀ, ਇਹ ਜਿਹੜੀ ਕਨਫਿਊਜ਼ਨ ਵਾਲੀ ਗੱਲ ਆਪਾਂ ਪਹਿਲਾਂ ਵੀ ਜਿਹੜਾ ਸੈਸ਼ਨ ਦੇ ਵਿੱਚ ਕਰ ਚੁੱਕੇ ਹਾਂ ਵੀ ਯੂਥ ਨਾਲ ਬੌਂਡ ਹੋਣਾ ਚਾਹੀਦਾ, ਜਿਹੜੇ ਮਨ ਵਿੱਚ ਸਵਾਲ ਨੇ। ਦੂਜੀ ਗੱਲ ਜਿਹੜੀ ਆਪਾਂ ਪ੍ਰੈਫਰੈਂਸ ਦੇਣੀ ਹੈ ਹੋਰਾਂ ਸੰਗਤਾਂ ਨੂੰ ਵੀ, ਮੈਂ ਇੱਕ ਸਲਾਹ ਦੇ ਸਕਦਾ ਅਤੇ ਮੈਂ ਆਪਣਾ ਦੱਸ ਸਕਦਾ ਕਿ ਮੈਂ ਕੀ ਫੋਲੋ ਕਰਦਾ। ਆਪਾਂ ਪੁਰਾਤਨ ਜਿਹੜੀਆਂ ਟਕਸਾਲਾਂ ਨੇ, ਪੁਰਾਤਨ ਜਥੇਬੰਦੀਆਂ ਨੇ, ਸੰਪਰਦਾਵਾਂ ਨੇ, ਆਪਾਂ ਉਹਨਾਂ ਦੇ ਨਾਲ ਚੱਲਣਾ ਜੋ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਸੀਨੇ ਬਸੀਨੇ ਚੱਲਦੀਆਂ ਆ ਰਹੀਆਂ ਨੇ। ਹਰ ਸਿੱਖ ਨੂੰ ਮੈਂ ਸਮਝਦਾ ਕਿ ਉਹ ਮਰਿਆਦਾਵਾਂ ਫੋਲੋ ਕਰਨੀਆਂ ਚਾਹੀਦੀਆਂ ਨੇ। ਹਾਂਜੀ, ਤੁਸੀਂ ਕਿਹਾ ਕਿ ਮਤਲਬ ਪੁਰਾਤਨ ਕਾਲ ਤੋਂ ਜਿਹੜੀ ਮਰਿਆਦਾ ਚੱਲਦੀ ਆ ਰਹੀ ਹੈ ਉਹ ਫੋਲੋ ਕਰਨੀਆਂ ਚਾਹੀਦੀਆਂ, ਪਰ ਹਰ ਮਤਲਬ ਜਿਹੜਾ ਨੌਜਵਾਨ ਆ ਉਹ ਇੰਨੀ ਡੂੰਘਾਈ 'ਚ ਨਹੀਂ ਜਾ ਸਕਦਾ ਕਿ ਉਹ ਜਾ ਕੇ ਬਈ ਇਹ ਚੀਜ਼ਾਂ ਫਰੋਲਣ, ਕਿ ਉਹਨੂੰ ਪਤਾ ਲੱਗੇ ਕਿ ਬਈ ਇਤਿਹਾਸ 'ਚ ਕੀ ਸੀਗਾ। ਜਾਂ ਫਿਰ ਹਰ ਚੀਜ਼ ਮਤਲਬ ਗ੍ਰੰਥਾਂ 'ਚ ਨਹੀਂ ਲੱਭੀ ਜਾ ਸਕਦੀਆਂ। ਕੁਝ ਇਹੋ ਜਿਹੀਆਂ ਸਿਚੁਏਸ਼ਨਸ ਹੁੰਦੀਆਂ ਜਿਹੜੀ ਕਿ ਸਾਨੂੰ ਮਤਲਬ ਕੁਐਸਚਨ ਮਾਰਕ 'ਚ ਲਾ ਕੇ ਛੱਡ ਦਿੰਦੀ ਆ। ਉੱਥੇ ਉਹ ਮਤਲਬ ਵਿਚਾਰਾ ਜਿਹੜਾ ਇਨੋਸੈਂਟ ਨੌਜਵਾਨ ਆਪਣੇ ਅੰਮ੍ਰਿਤਧਾਰੀ ਸਿੰਘ, ਉਹ ਕੀ ਕਰ ਸਕਦਾ? ਯੂਥ ਵਾਸਤੇ ਉਹੀ ਅੱਗੇ ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਅੱਗੇ ਪ੍ਰਚਾਰ ਵਿੱਚ ਥੋੜ੍ਹੀਆਂ ਜਿਹੀਆਂ ਹੋਰ ਚੀਜ਼ਾਂ ਐਡ ਕੀਤੀਆਂ ਜਾਣ, ਵਿਦਵਾਨਾਂ ਨਾਲ ਯੂਥ ਦਾ ਸਿੱਧਾ ਜਿਹੜਾ ਕੰਟੈਕਟ ਹੋਵੇ ਅਤੇ ਉਹਨਾਂ ਅੱਗੇ ਸਾਰਾ ਕੁਝ ਖੋਲ੍ਹ ਕੇ ਰੱਖ ਦਿੱਤਾ ਜਾਵੇ। ਉਹਦੀ ਮਰਜ਼ੀ ਹੋਵੇ ਫਿਰ ਉਹਨੇ ਕਿਹਨੂੰ ਚੂਜ਼ ਕਰਨਾ। ਜਦੋਂ ਵਿਦਵਾਨ ਨਾਲ ਉਹਦਾ ਪੂਰਾ ਕੰਟੈਕਟ ਹੋਵੇਗਾ, ਉਹ ਹਰ ਪੱਖ ਨੂੰ ਜਾਣੇਗਾ ਵੀ ਜਿਹੜਾ ਕਹਿ ਰਿਹਾ 3 ਨਿਤਨੇਮ ਕਰਨਾ ਉਹ ਕਿਸ ਬੇਸ 'ਤੇ ਕਹਿ ਰਿਹਾ, ਜਿਹੜਾ ਕਹਿ ਰਿਹਾ 5 ਬਾਣੀਆਂ ਕਰਨੀਆਂ ਨੇ ਉਹ ਕਿਸ ਬੇਸ 'ਤੇ ਕਹਿ ਰਿਹਾ। ਜਦੋਂ ਸਾਰਾ ਕੁਝ ਖੁੱਲ੍ਹ ਜਾਏਗਾ ਤਾਂ ਮੈਂ ਨਹੀਂ ਸਮਝਦਾ ਯੂਥ ਇੰਨਾ ਨਿਆਣਾ ਕਿ ਉਹ ਕਿਸੇ ਗਲਤ ਰਸਤੇ ਨੂੰ ਚੁਣੇਗਾ। ਹੁਣ ਆਪਾਂ ਕਈ ਵਾਰੀ ਇੱਕ ਵੰਡ ਵੀ ਦੇਖਦੇ ਹਾਂ ਆਪਣੀ ਕੌਮ ਦੇ ਵਿੱਚ। ਕੋਈ ਕਹਿੰਦਾ ਵੀ ਅਕਾਲੀ ਜ਼ਿਆਦਾ ਵਧੀਆ ਨੇ, ਕੋਈ ਕਹਿੰਦਾ ਵੀ ਟਕਸਾਲੀ ਜ਼ਿਆਦਾ ਵਧੀਆ ਨੇ। ਤੁਸੀਂ ਕਿੱਦਾਂ ਦੇਖਦੇ ਹੋ ਸਿਚੁਏਸ਼ਨ ਨੂੰ, ਕਿੱਦਾਂ ਟੈਕਲ ਕੀਤਾ ਜਾ ਸਕਦਾ? ਕਿਉਂਕਿ ਜਿਸ ਵੀ ਕੌਮ ਦੇ ਵਿੱਚ ਇੱਦਾਂ ਵੰਡ ਹੋ ਜਾਂਦੀ ਆ ਅਤੇ ਉਹਦਾ ਫਿਰ ਇੱਕ ਯੂਨਿਟੀ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਆ। ਤੁਹਾਨੂੰ ਕੀ ਲੱਗਦਾ ਆਪਾਂ ਯੂਨਾਈਟਿਡ ਕਿੱਦਾਂ ਹੋ ਸਕਦੇ ਨੇ? ਦੇਖੋ ਜੀ, ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੀ ਅਕਾਲ ਤਖ਼ਤ ਸਾਹਿਬ ਹੈ, ਸਿਰਮੌਰ ਸੰਸਥਾ ਹੈ, ਉਹ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੰਡੀਪੈਂਡੈਂਟਲੀ ਬਿਆਨ ਦੇ ਪਾਏ ਅਤੇ ਹਰ ਸਿੱਖ ਨੂੰ ਉਸ ਨਿਸ਼ਾਨ ਸਾਹਿਬ ਦੇ ਥੱਲੇ ਆ ਕੇ ਖੜ੍ਹੇ ਹੋਣਾ ਚਾਹੀਦਾ ਜਿਹੜੇ ਸਾਡਾ ਸੁਪਰੀਮ ਹੈ। ਹਾਂਜੀ, ਅਤੇ ਅਖੀਰ ਦੇ ਵਿੱਚ ਤੁਹਾਡਾ ਕੋਈ ਸੁਨੇਹਾ ਆਪਣੇ ਸਾਰੀ ਸੰਗਤਾਂ ਨੂੰ, ਸਾਰੇ ਵਿਊਅਰਸ ਦੇ ਲਈ ਕੁਝ? ਅਖੀਰ ਦੇ ਵਿੱਚ ਮੈਂ ਸਾਰੀਆਂ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਸੰਗਤਾਂ ਨੂੰ ਇਹ ਕਹਿਣਾ ਚਾਹਾਂਗਾ, ਜਿਹੜੀ ਮੇਰੀ ਯੂਥ ਹੈ, ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਗੁਰਸਿੱਖੀ ਦੀ ਸੰਭਾਲ ਕਰੀਏ, ਗੁਰੂ ਤੋਂ ਬੇਮੁਖ ਨਾ ਹੋਈਏ। ਗੁਰੂ ਨੇ ਸਾਡੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ, ਅੱਜ ਅਸੀਂ ਆਜ਼ਾਦ ਘੁੰਮ ਰਹੇ ਹਾਂ ਅਤੇ ਉਹਨਾਂ ਦੀ ਬਦੌਲਤ ਹੈ। ਉਹਨਾਂ ਦੇ ਅਹਿਸਾਨ ਅਸੀਂ ਕਿੰਨੇ ਜਨਮ ਲੈ ਲਏ ਅਤੇ ਕਦੇ ਨਹੀਂ ਚੁਕਾ ਸਕਦੇ। ਮੈਂ ਕਹਾਂਗਾ ਕਿ ਗੁਰਸਿੱਖੀ ਦੇ ਵਿੱਚ ਹੀ ਪਰਪੱਕ ਰਹੀਏ, ਇੰਨਾ ਸਾਡੇ ਲਈ ਬਹੁਤ ਹੈ। ਅਤੇ ਜਿਹੜੀਆਂ ਵਿਦੇਸ਼ ਵਿੱਚ ਸੰਗਤਾਂ, ਕਿਉਂਕਿ ਦਾ ਪੰਜਾਬ ਟਾਕਸ ਵਿਦੇਸ਼ ਦਾ ਚੈਨਲ ਹੈ
ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਜਿਹੜੀਆਂ ਮੈਨੂੰ ਸੁਣ ਰਹੀਆਂ ਨੇ ਕਿ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ, ਅਸੀਂ ਵਿਦੇਸ਼ਾਂ ਦੇ ਵਿੱਚ ਆਏ ਹਾਂ, ਅਸੀਂ ਤਰੱਕੀ ਕੀਤੀ ਹੈ, ਪਰ ਉਸ ਤਰੱਕੀ ਦਾ ਲਾਭ ਤਾਂ ਹੀ ਹੈ ਗੁਰੂ ਦੀਆਂ ਨਜ਼ਰਾਂ 'ਚ। ਪਰ ਜੇ ਅਸੀਂ ਉਸ ਗੁਰੂ ਦਾ ਪੰਥ ਵੀ ਨਾਲ ਨਾਲ ਤਰੱਕੀ 'ਤੇ ਲੈ ਕੇ ਜਾਈਏ, ਵਿਦੇਸ਼ਾਂ ਦੇ ਵਿੱਚ ਉਹਦਾ ਪ੍ਰਚਾਰ ਕਰੀਏ, ਆਪਣੀ ਮਾਂ ਬੋਲੀ ਕਦੀ ਨਾ ਭੁੱਲੀਏ, ਭਾਵੇਂ ਤੁਸੀਂ ਕਿੱਥੇ ਵੀ ਰਹਿੰਦੇ ਹੋ, ਜਿਹੜੀ ਆਪਣੀ ਪੰਜਾਬੀ ਹੈ, ਊੜਾ ਅਤੇ ਜੂੜਾ ਆਪਣੇ ਕੇਸ ਸਾਬਤ ਸੂਰਤ ਰੱਖੋ, ਗੁਰਸਿੱਖੀ ਨਾਲ ਇਸੇ ਤਰ੍ਹਾਂ ਜੁੜੇ ਰਹੋ। ਅਤੇ ਜਿੰਨੀ ਵੀ ਸੰਗਤ ਹੈ, ਮੈਂ ਸਾਰਿਆਂ ਦੇ ਚਰਨਾਂ ਵਿੱਚ ਅਰਦਾਸ ਕਰਨਾ ਚਾਹੁੰਦਾ, ਕਿਉਂਕਿ ਸੰਗਤ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ। ਅਤੇ ਮੈਂ ਕਹਿਣਾ ਚਾਹੁੰਦਾ ਕਿ ਦਾਸ ਇਸ ਪਾਸੇ ਤੁਰਿਆ, ਅੱਗੇ ਬਹੁਤ ਕੁਝ ਸੋਚਿਆ, ਗੁਰੂ ਸਾਹਿਬ ਕਿਰਪਾ ਕਰਨ, ਆਪ ਸੰਗਤ ਦਾ ਸਹਿਯੋਗ ਮਿਲੇ ਅਤੇ ਆਪਾਂ ਉਹਨੂੰ ਕੰਟੀਨਿਊ ਕਰਨਾ ਹੈ। ਅਗਲੇ ਸਮੇਂ ਦੇ ਵਿੱਚ ਸੋਚਿਆ ਬਹੁਤ ਕੁਝ ਹੈ। ਆਪ ਸੰਗਤ ਨੇ ਵੀ ਅਰਦਾਸ ਕਰਨੀ, ਦਾਸ ਨੂੰ ਮਹਾਰਾਜ ਦੇ ਅਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨ, ਦੇਸ਼ ਕੌਮ ਅਤੇ ਪੰਥ ਦੀ ਸੇਵਾ ਮੈਂ ਆਪਣੇ ਜੀਵਨ ਅੰਦਰ ਕਰ ਸਕਾਂ। ਇਹ ਜਿਹੜੀ ਸਿੱਖੀ ਦੀ ਦਾਤ ਮਹਾਰਾਜ ਨੇ ਝੋਲੀ ਪਾਈ ਹੈ, ਅਤੇ ਮੈਂ ਇਹਨੂੰ ਆਪਣੇ ਕੇਸਾਂ ਸਵਾਸਾਂ ਨਾਲ ਨਿਭਾ ਸਕਾਂ। ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਇੱਥੇ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਜੀ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸਾਡੇ ਨਾਲ ਆਪਣਾ ਕੀਮਤੀ ਸਮਾਂ ਵੰਡਣ ਦੇ ਲਈ। ਅਤੇ ਮੈਂ ਬਹੁਤ ਅੱਜ ਧੰਨਵਾਦ ਮੇਰੇ ਕਿ ਮੈਂ ਤੁਹਾਡੇ ਨਾਲ ਸਾਡੇ ਦਰਸ਼ਨ ਦੀਦਾਰੇ ਹੋਏ, ਅਤੇ ਆਈ ਹੋਪ ਸਾਡੇ ਸਾਰੀਆਂ ਸੰਗਤਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਣਾ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਇਹ ਤਾਂ ਬਿਲਕੁਲ ਨਹੀਂ ਲੱਗਿਆ ਹੋਣਾ ਕਿ ਵੀ ਆਪਾਂ ਕਿਸੇ 15 ਸਾਲ ਦੇ ਮਤਲਬ ਇੱਕ ਗਿਆਨੀ ਦੇ ਨਾਲ ਸਾਡੀ ਗੱਲਬਾਤ ਹੋਈ ਆ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਦੇ ਨਾਲ ਜੁੜਨ ਦੇ ਲਈ। ਅਤੇ ਸਾਡੇ ਵੱਲੋਂ ਸਾਡੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।